ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੁੰਦੇ ਹੋ ਕਿ ਹਰ ਰੋਜ਼ ਅਸੀਂ 3 ਤੋਂ ਲੈ ਕੇ 4 ਵਜੇ ਤੱਕ ਹਾਜ਼ਰ ਹੁੰਦੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨਸ ਆਈਆਂ ਨੇ ਉਹਦੀ ਜਾਣਕਾਰੀ ਲੈ ਕੇ। ਸੋ ਤਾਂ ਕਿ ਇਸ ਵਕਤ ਸਮੇਂ-ਸਮੇਂ ਤੇ ਜੋ ਕੋਵਿਡ ਦੇ ਕਰਕੇ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਵਿੱਚ ਜੋ ਚੇਂਜਸ ਆ ਰਹੀਆਂ ਨੇ ਉਹਦੇ ਬਾਰੇ ਵਿੱਚ ਵੀ ਤੁਹਾਨੂੰ ਵੀ ਪੂਰੀ ਜਾਣਕਾਰੀ ਮਿਲ ਸਕੇ। ਸੋ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੀ ਨਵੀਆਂ ਅਪਡੇਟਸ ਆਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਜੇਕਰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਸਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਲੇਟੈਸਟ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਫਾਰਗੋ ਕੰਸਲਟੈਂਸੀ ਆਫ ਇਮੀਗ੍ਰੇਸ਼ਨ ਤੋਂ ਹਰਕਿਰਨ ਗਰੇਵਾਲ ਜੀ। ਬਹੁਤ-ਬਹੁਤ ਸਵਾਗਤ ਹੈ ਸਰ। हाँ जी, मेरे वालों सारे श्रोतियां ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਹਾਂਜੀ ਠੀਕ ਆ ਜੀ, ਆਲ ਵੈਲ, ਤੁਸੀਂ ਦੱਸੋ ਜੀ? ਆਲ ਗੁੱਡ ਸਰ। ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਹਰ ਖੇਤਰ ਦੇ ਵਿੱਚ ਨਵੀਆਂ ਅਪਡੇਸ਼ਨਸ ਆ ਰਹੀਆਂ ਨੇ। ਸੋ ਇਮੀਗ੍ਰੇਸ਼ਨ ਵੀ ਇਸ ਤੋਂ ਅਛੂਤਾ ਨਹੀਂ ਹੈ, ਇਮੀਗ੍ਰੈਂਟਸ ਦੀ ਇਹ ਕੰਟਰੀ ਹੈ। ਸੋ ਆਪਾਂ ਗੱਲ ਕਰੀਏ ਇਸ ਵਕਤ ਕੱਲ ਇੱਕ ਡਰਾ ਨਿਕਲ ਕੇ ਹਟਿਆ। ਜੇ ਆਪਾਂ ਲੇਟੈਸਟ ਐਕਸਪ੍ਰੈਸ ਐਂਟਰੀ ਡਰਾ ਦੇ ਬਾਰੇ ਵਿੱਚ ਗੱਲ ਕਰੀਏ, ਸਭ ਤੋਂ ਪਹਿਲਾਂ ਉਹਦੇ ਬਾਰੇ ਅਸੀਂ ਜਾਵਾਂਗੇ ਕਿ ਜਾਣਕਾਰੀ ਦਿੱਤੀ ਜਾਵੇ ਦਰਸ਼ਕਾਂ ਨੂੰ ਕਿੱਥੇ ਤੱਕ ਡਰਾ ਗਿਆ ਤੇ ਕਿੰਨਾ ਨੂੰ ਇਨਵੀਟੇਸ਼ਨਸ ਆਏ ਨੇ। ਹਾਂਜੀ, ਐਕਸਪ੍ਰੈਸ ਐਂਟਰੀ ਦਾ ਜਿਹੜਾ ਡਰਾ ਨਿਕਲਿਆ ਹੈਗਾ ਜੀ, ਉਹ ਲੇਟੈਸਟ ਡਰਾ ਦੇ ਸਕੋਰ ਰਿਹਾ ਹੈਗਾ, ਕਟ ਆਫ ਸਕੋਰ ਹੈ 471। ਇਹਦੇ ਵਿੱਚ ਆਈਟੀਏ ਜਿਹੜੇ ਇਨਵੀਟੇਸ਼ਨ ਦਿੱਤੇ ਗਏ ਹੈਗੇ ਆ ਉਹ ਹੈਗੇ ਆ 4200 ਦਿੱਤੇ ਗਏ ਹੈਗੇ ਇਨਵੀਟੇਸ਼ਨ ਜੀ। ਤੇ ਸੋ ਫਾਰ ਆ ਸਾਲ ਦੇ ਵਿੱਚ 83000 ਲੋਕਾਂ ਨੂੰ ਇਨਵੀਟੇਸ਼ਨ ਮਿਲਿਆ ਹੈਗਾ ਪਰਮਾਨੈਂਟ ਇਮੀਗ੍ਰੇਸ਼ਨ ਅਪਲਾਈ ਕਰਨ ਵਾਸਤੇ ਅੰਡਰ ਦਾ ਐਕਸਪ੍ਰੈਸ ਐਂਟਰੀ। ਤੇ ਇਹਦੇ ਵਿੱਚ ਜਿਹੜਾ ਇੱਕ ਹੋਰ ਮੈਂ ਦੱਸਣਾ ਚਾਹੁੰਦਾ, ਲਾਸਟ ਈਅਰ ਤੋਂ ਇਹਨਾਂ ਦੇ ਕੰਪੈਰੀਟਿਵਲੀ ਜਦੋਂ ਪਿਛਲੇ ਸਾਲਾਂ ਦੇ ਵਿੱਚ ਇਹ ਨੰਬਰ ਜਿਹੜਾ ਆਈਟੀਏ ਦਾ ਨੰਬਰ ਹੈ ਇਹ ਇਨਕਰੀਜ਼ ਹੋਏ ਹੈਗੇ ਲਾਸਟ ਕਈ ਸਾਲਾਂ ਦੇ ਵਿੱਚ। ਤੇ ਇਸ ਤੋਂ ਬਿਨਾਂ ਇੱਕ ਬੀਸੀ ਦਾ ਡਰਾ ਨਿਕਲਿਆ ਹੈਗਾ ਜੀ। ਬੀਸੀ ਦੇ ਵਿੱਚ ਪ੍ਰੋਵਿੰਸ਼ਨਲ ਨਾਮਨੀ ਪ੍ਰੋਗਰਾਮ ਦਾ ਡਰਾ ਨਿਕਲਿਆ ਹੈਗਾ। ਉਹਦੇ ਸਕੋਰ ਜਿਹੜੇ ਗਏ ਆ ਉਹਦੇ ਵਿੱਚ ਜਿਹੜੇ ਇਨਵੀਟੇਸ਼ਨ ਮਿਲੇ ਆ 417 ਮਿਲੇ ਹੈਗੇ ਇਨਵੀਟੇਸ਼ਨ। ਤੇ ਉਹਨਾਂ ਦਾ ਸਕੋਰ ਵੀ ਜਿਹੜਾ ਹੈਗਾ ਉਹ ਅੱਗੇ ਨਾਲੋਂ ਘਟਿਆ ਹੈਗਾ। ਉਹ ਸਕੋਰ ਜਿਹੜਾ ਹੈਗਾ 94 ਸਕੋਰ ਗਿਆ ਹੈਗਾ। ਅੱਗੇ ਪਹਿਲਾਂ ਇਹ 100 ਦੇ ਕਰੀਬ ਹੁੰਦੇ ਸੀਗੇ, ਪਰ ਇਹਦੇ ਵਿੱਚੋਂ ਕੁਝ ਕੈਟਾਗਰੀਆਂ ਉਹਨਾਂ ਨੇ ਐਕਸਕਲੂਡ ਕਰ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਹਸਪਿਟੈਲਿਟੀ ਨਾਲ ਜ਼ਿਆਦਾ ਰਿਲੇਟਡ ਨੇ, ਤੇ ਉਹਦੇ ਕਰਕੇ ਇਹ ਡਰਾ ਘਟਿਆ ਹੈ ਜੀ। ਤੁਸੀਂ ਦੱਸਿਆ ਕਿ ਡਰਾ ਘਟਿਆ ਵਾ, ਕੁਝ ਪੁਆਇੰਟਸ ਘਟਿਆ ਹੈ ਤਾਂ ਰਾਹਤ ਦੀ ਗੱਲ ਹੈ, ਪਰ ਇਸ ਵਾਰੀ ਐਕਸਪ੍ਰੈਸ ਐਂਟਰੀ ਦੇ ਜਿਹੜੇ ਪੁਆਇੰਟਸ ਨੇ ਉਹ 471 ਤੱਕ ਗਏ ਨੇ। ਇੱਥੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਜਦੋਂ ਗੱਲ ਹੋ ਰਹੀ ਸੀ ਉਦੋਂ 431 ਤੱਕ ਵੀ ਜਿਹੜਾ ਲੋਐਸਟ ਗਿਆ। ਪੈਂਡੈਮਿਕ ਦੀ ਸਿਚੁਏਸ਼ਨ ਅਜੇ ਸੁਧਰੀ ਨਹੀਂ ਹੈਗੀ। ਅਸੀਂ ਦੇਖ ਰਹੇ ਹਾਂ ਕਿ ਕਈਆਂ ਦੀਆਂ ਅਜੇ ਜੌਬਸ ਛੁੱਟ ਗਈਆਂ ਨੇ ਜਾਂ ਕੋਈ ਪਾਰਟ ਟਾਈਮ ਤੇ ਕੰਮ ਕਰ ਰਿਹਾ। ਅਜਿਹੇ ਵਿੱਚ 471 ਪੁਆਇੰਟਸ ਨੂੰ ਮੀਟ ਕਰਨਾ ਕੋਈ ਈਜ਼ੀ ਨਹੀਂ ਹੋਏਗਾ ਇੱਥੇ। ਹਾਂਜੀ, ਇਹ ਇਦਾਂ ਹੈਗਾ ਜੀ, ਕਿਉਂਕਿ ਪਹਿਲਾਂ ਜਿਹੜੇ ਸੀਗੇ ਜਦੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੁੰਦੇ ਸੀ ਉਹ ਸਿਰਫ ਕੈਨੇਡਾ ਦੇ ਵਿੱਚੋਂ ਹੀ ਇਨਵਾਈਟ ਕੀਤੇ ਗਏ ਸੀ। ਉਦੋਂ ਆਪਾਂ ਦੇਖਦੇ ਹਾਂ ਡਰਾ ਕਾਫੀ ਘਟ ਗਏ ਸੀਗੇ। ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਵੀ 454 ਗਿਆ ਸੀ। ਕਿਉਂਕਿ ਇਹਦੇ ਵਿੱਚ ਇਦਾਂ ਸੀ ਕਈ ਜਗ੍ਹਾ ਤੇ ਜਿਵੇਂ ਆਈਲੈਟਸ ਸੈਂਟਰ ਬੰਦ ਸੀਗੇ ਤੇ ਆਈਲੈਟਸ ਦੇ ਨਹੀਂ ਸਕੇ ਸੀਗੇ, ਉਹਦੇ ਕਰਕੇ ਇੰਟਰਨੈਸ਼ਨਲ ਜਿਹੜੇ ਜੇ ਕਿਸੇ ਨੇ ਅਪਲਾਈ ਕਰਨਾ ਸੀ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਨਾਂ ਦੇ ਕੋਲ ਐਗਜ਼ਾਮ ਜਾਂ ਆਪਦੇ ਕ੍ਰੈਡੈਂਸ਼ੀਅਲਸ ਨਹੀਂ ਸੀਗੇ। ਪਰ ਜਦੋਂ ਹੁਣ ਜੋ ਆਪਾਂ ਦੇਖ ਰਹੇ ਹੈਗੇ ਆ ਵੀ ਸੈਂਟਰ ਖੁੱਲ ਰਹੇ ਹੈਗੇ ਆ, ਉਹਦੇ ਕਰਕੇ ਹੀ ਇਹ ਡਰਾ ਜਿਹੜੇ ਹੈਗੇ ਆ ਜ਼ਿਆਦਾ ਜਾ ਰਹੇ ਹੈਗੇ ਆ ਐਕਸਪ੍ਰੈਸ ਐਂਟਰੀ। ਜੀ ਬਿਲਕੁਲ। ਤੇ ਅਸੀਂ ਦੇਖਦੇ ਪਏ ਹਾਂ ਨਾਲ ਦੀ ਨਾਲ ਸਟੂਡੈਂਟਸ ਨੂੰ ਲੈ ਕੇ ਵੀ ਕੁਝ ਈਜ਼ ਦੇਖਣ ਨੂੰ ਮਿਲੀਆਂ ਨੇ। ਕੁਝ ਇਹ ਵੀ ਕਿਹਾ ਗਿਆ ਕਿ ਸਰਕਾਰ ਜਿਵੇਂ ਨਵੇਂ ਫਰਮਾਨ ਲੈ ਕੇ ਆ ਰਹੀ ਹੈ, ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ ਕਿਹਾ ਗਿਆ ਕਿ ਹੁਣ ਕੁਝ ਸਰਕਾਰ ਨੇ ਥੋੜਾ ਸੌਖਾ ਕਰ ਦਿੱਤਾ। ਅਸੀਂ ਚਾਹਾਂਗੇ ਕਿ ਇਹਦੀ ਵੀ ਜਾਣਕਾਰੀ ਦਿੱਤੀ ਜਾਵੇ। ਸਟੂਡੈਂਟਸ ਲੰਬੇ ਸਮੇਂ ਤੋਂ ਵੇਟ ਕਰ ਰਹੇ ਨੇ ਕਿ ਉਹਨਾਂ ਨੂੰ ਕੈਨੇਡਾ ਵਿੱਚ ਐਂਟਰ ਕਰਨ ਦੀ ਇਜਾਜ਼ਤ ਕਦੋਂ ਦਿੱਤੀ ਜਾਏਗੀ। ਹਾਂਜੀ, ਸਟੂਡੈਂਟਸ ਵਾਸਤੇ ਜਿਹੜਾ ਸੀਗਾ, ਕਿਉਂਕਿ ਸਟੂਡੈਂਟਸ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਵੀ ਇੰਟਰਨੈਸ਼ਨਲ ਸਟੂਡੈਂਟਸ ਉਹ ਕੈਨੇਡਾ ਆ ਸਕਣ, ਕਿਉਂਕਿ ਆਪਾਂ ਜਿਵੇਂ ਪਹਿਲਾਂ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਉਹੀ ਸਟੂਡੈਂਟ ਟਰੈਵਲ ਕਰ ਸਕਦੇ ਸੀਗੇ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਦਾ ਵੀਜ਼ਾ ਮਿਲਿਆ ਹੋਇਆ ਸੀਗਾ ਜਾਂ ਸਟੱਡੀ ਪਰਮਿਟ ਸੀਗਾ। ਪਰ ਹੁਣ ਇਹਦੇ ਵਿੱਚ ਚੇਂਜਸ ਕੀਤੀਆਂ ਗਈਆਂ ਹੈਗੀਆਂ ਨੇ, ਕਿਉਂਕਿ ਇੱਥੇ ਦੀ ਯੂਨੀਵਰਸਿਟੀਜ਼, ਕਾਲਜ ਤੇ ਹੋਰ ਇੰਸਟੀਚਿਊਟਸ ਨੇ ਕਿਹਾ ਹੈਗਾ ਵੀ ਸਟੂਡੈਂਟਸ ਨੂੰ ਅਲਾਉ ਕੀਤਾ ਜਾਵੇ। ਤੇ ਉਹਦੇ ਕਰਕੇ ਹੀ ਹੁਣ ਸਟੂਡੈਂਟਸ ਨੂੰ ਜਿਹੜੇ ਹੈਗੇ 20th of ਅਕਤੂਬਰ ਤੋਂ ਸਟੂਡੈਂਟਸ ਨੂੰ ਅਲਾਉ ਕੀਤਾ ਜਾਊਗਾ ਵੀ ਉਹ ਕੈਨੇਡਾ ਆ ਸਕਣ। ਉਹਦੇ ਵਾਸਤੇ ਜਿਹੜੀਆਂ ਸਟੂਡੈਂਟਸ ਨੂੰ ਜਿਹੜਾ ਹੈਗਾ ਆਪਦੇ DLI, ਇਹ ਕਿਉਂਕਿ DLI ਤੇ ਜਿਹੜੇ ਹੈਗੇ ਆ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟਸ, ਉਹਨਾਂ ਨੇ ਹੀ ਸਟੂਡੈਂਟਸ ਨੂੰ ਅਲਾਉ ਕਰਨਾ ਹੈਗਾ, ਕਿਉਂਕਿ ਉਹਨਾਂ ਨੇ ਆਪਦਾ ਇੱਕ ਪਲਾਨ ਦੇਣਾ ਹੈਗਾ ਜਿਹੜਾ ਕਿ ਹਰ ਪ੍ਰੋਵਿੰਸ਼ਨਲ ਗਵਰਨਮੈਂਟ ਨੂੰ ਪਲਾਨ ਦਿੱਤਾ ਜਾਊ। ਉਹ ਜਦੋਂ ਅਪਰੂਵ ਕੀਤਾ ਜਾਊਗਾ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਇਹਨਾਂ ਦੇ ਜਿੱਥੇ DLI ਦੀ ਇਨਫੋਰਮੇਸ਼ਨ ਹੁੰਦੀ ਆ ਉੱਥੇ ਦਿੱਤੀ ਜਾਊਗੀ।
ਤੇ ਉਸ ਤੋਂ ਬਾਅਦ ਜਿਹੜੇ ਸਟੂਡੈਂਟ ਹੈਗੇ ਆ ਸਟੂਡੈਂਟਸ ਉਸ ਤੋਂ ਬਾਅਦ ਇੱਥੇ ਟਰੈਵਲ ਕਰ ਸਕਦੇ ਆ ਜਿਹੜੇ ਵੀ DLI ਕੰਪਾਈਲ ਕਰਨਗੇ ਆਪਦੀ ਪ੍ਰੋਵਿੰਸ ਦੀਆਂ ਗਾਈਡਲਾਈਨਸ ਨਾਲ ਜਿਨ੍ਹਾਂ ਨੇ ਕੀ ਕਰਨਾ ਵੀ ਉਹ ਕਿਵੇਂ ਪ੍ਰੀਵੈਂਟ ਕਰਨਗੇ ਸਪਰੈਡ ਆਫ ਕੋਵਿਡ-19 ਨੂੰ ਤੇ ਉਹਦੇ ਅਕੋਰਡਿੰਗ ਹੀ ਜਿਹੜੇ ਹੈਗੇ ਆ ਜਿਹੜੀ DLI ਅਪਰੂਵ ਹੋਈ ਜਾਊਗੀ ਉਹਦੇ ਸਟੂਡੈਂਟ ਇੱਥੇ ਆ ਜਾਣਗੇ ਤੇ ਇਹ ਸਟੂਡੈਂਟਸ ਵਾਸਤੇ ਕਾਫੀ ਮਤਲਬ ਚੰਗੀ ਖਬਰ ਹੈਗੀ ਆ ਕਿਉਂਕਿ ਸਟੂਡੈਂਟਸ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਤੇ ਕਈ ਸਟੂਡੈਂਟਸ ਨੇ ਆਪਦੇ ਜਿਹੜੇ ਕੋਰਸਸ ਸੀਗੇ ਉਹ ਡੈਫਰ ਕਰਵਾ ਲਏ ਸੀ ਇਸੇ ਕਰਕੇ ਹੀ ਵੀ ਉਹ ਉਦੋਂ ਉਸ ਟਾਈਮ ਤੇ ਉਹ ਕੈਨੇਡਾ ਨਹੀਂ ਜਾ ਸਕਦੇ ਸੀ ਪਰ ਜਿਵੇਂ ਹੁਣ ਯੂਨੀਵਰਸਿਟੀ ਆਫ ਟੋਰਾਂਟੋ ਤੇ ਯੂਨੀਵਰਸਿਟੀ ਆਫ ਕੈਲਗਰੀ ਇਹਨਾਂ ਨੇ ਇਹ ਕਾਫੀ ਦੇਰ ਤੋਂ ਕਰ ਰਹੇ ਸੀਗੇ ਵੀ ਸਟੂਡੈਂਟਸ ਨੂੰ ਅਲਾਉ ਕੀਤਾ ਜਾਵੇ ਇਹਨਾਂ ਨੇ ਆਪਣੇ ਬਿਹਾਫ ਤੇ ਕਾਫੀ ਕੋਸ਼ਿਸ਼ ਕੀਤੀ ਆ ਵੀ ਸਟੂਡੈਂਟਸ ਦੇ ਵਾਸਤੇ ਇਹਨਾਂ ਨੇ ਸੈਟਲਮੈਂਟ ਪਲਾਨਸ ਵੀ ਸਬਮਿਟ ਕਰਵਾਏ ਸੀ ਫਿਰ ਉਸ ਤੋਂ ਬਾਅਦ ਹੈਲਥ ਚੈੱਕ ਦੀ ਇਹਨਾਂ ਨੇ ਕਈ ਇਦਾਂ ਦੇ ਕੀਤੇ ਸੀ ਇੰਪਲੀਮੈਂਟ ਜਿਨ੍ਹਾਂ ਦੇ ਥਰੂ ਸਟੂਡੈਂਟ ਇੱਥੇ ਆਉਣ ਜੀ ਬਿਲਕੁਲ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਸਾਡੇ ਨਾਲ ਉਹਨਾਂ ਦੇ ਸਵਾਲ ਦਾ ਜਵਾਬ ਦੇ ਦਈਏ ਅਸੀਂ ਹੈਲੋ ਸਤਿ ਸ਼੍ਰੀ ਅਕਾਲ ਜੀ हाँ जी सत श्रीकाल हाँ जी मेरा मैं कैलगरी तो बोल रही हूँ जी मैम मेरा क्वेश्चन रिलेटेड टू LMIA मेरी LMIA एज ए फूड सर्विस सुपरवाइजर इज इन प्रोसेस सिंस मार्च एंड मैं पूछना चाहती थी कि अल्बर्टा दी LMIA लाइक कुछ प्रोसेसिंग शुरू हुई है या हले भी नहीं करते जी हरकिरण जी ਤੁਹਾਨੂੰ ਸਵਾਲ ਸੁਣ ਗਿਆ ਜਾਂ ਰਿਪੀਟ ਕਰੀਏ ਹਾਂਜੀ ਮੈਨੂੰ ਸਵਾਲ ਸੁਣ ਗਿਆ ਹੈਗਾ ਜੀ ਕੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦੇਈਏ ਸਕਰੀਨ ਤੇ ਨਹੀਂ ਆਪਾਂ ਇਹਨਾਂ ਤੋਂ ਇਹ ਪੁੱਛਣਾ ਵੀ ਇਹਨਾਂ ਨੇ LMIA ਅਪਲਾਈ ਕਦੋਂ ਹੋਈ ਸੀਗੀ ਮੈਮ ਤੁਹਾਡੀ LMIA ਅਪਲਾਈ ਕਦੋਂ ਹੋਈ ਸੀ मार्च 31 ਮਾਰਚ 31 ਠੀਕ ਹੈ ਜੀ ਆਪਾਂ ਇਹਨਾਂ ਦਾ ਆਨਸਰ ਦੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ ਹਾਂਜੀ ਕਿਉਂਕਿ ਇਦਾਂ ਹੈਗਾ ਜੀ ਅਲਬਰਟਾ ਦੇ ਵਿੱਚ ਜਿਹੜੀਆਂ LMIA ਦੀ ਪ੍ਰੋਸੈਸਿੰਗ ਵੈਸੇ ਹੀ ਸਲੋ ਹੋਈ ਹੈਗੀ ਆ ਤੇ ਅਲਬਰਟਾ ਦੇ ਵਿੱਚ ਜਿਹੜੀਆਂ LMIA ਦੀ ਪ੍ਰੋਸੈਸਿੰਗ ਆ ਉਹ ਬਾਕੀ ਪ੍ਰੋਵਿੰਸ ਦੇ ਕੰਪੈਰੀਟਿਵਲੀ ਘੱਟ ਹੈਗੀ ਆ ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਅਲਬਰਟਾ ਨੇ ਕੀਤੀ ਸੀ ਅਲਬਰਟਾ ਗਵਰਨਮੈਂਟ ਨੇ ਇੱਕ ਪ੍ਰਪੋਜ਼ਲ ਦਿੱਤੀ ਸੀ ਵੀ ਵਰਕ ਫੋਰਸ ਦੇ ਵਿੱਚ ਅਨਐਮਪਲੋਇਮੈਂਟ ਰੇਟ ਬਹੁਤ ਜ਼ਿਆਦਾ ਹੋਣ ਕਰਕੇ ਵੀ ਅਲਬਰਟਾ ਨੂੰ ਕੁਝ ਰਿਫਿਊਜ਼ ਟੂ ਪ੍ਰੋਸੈਸ ਲਿਸਟ ਦੇ ਵਿੱਚ ਰੱਖਿਆ ਜਾਵੇ ਤੇ ਅਲਬਰਟਾ ਦੇ ਵਿੱਚ ਸੋ ਫਾਰ ਜਿਹੜੀਆਂ ਅਲਬਰਟਾ ਦੇ ਵਿੱਚ ਪ੍ਰੋਸੈਸ ਹੋ ਰਹੀਆਂ ਨੇ ਉਹ ਪਰਮਨੈਂਟ ਸਪੋਰਟ LMIA ਪ੍ਰੋਸੈਸ ਹੋ ਰਹੀ ਹੈਗੀਆਂ ਦੂਸਰੀਆਂ LMIAs ਹਜੇ ਪ੍ਰੋਸੈਸਿੰਗ ਦੇ ਵਿੱਚ ਨਹੀਂ ਹੈਗੀਆਂ ਤੇ ਜਾਂ ਉਹਨਾਂ ਦਾ ਟਾਈਮ ਲੱਗ ਰਿਹਾ ਹੈਗਾ ਤੇ ਜਿਨ੍ਹਾਂ ਨੇ ਮਾਰਚ ਦੇ ਵਿੱਚ ਕੀਤੀ ਹੋਈ ਸੀਗੀ ਜਿਵੇਂ ਇਹ ਫੂਡ ਸਰਵਿਸ ਦੀ ਕਹਿੰਦੀ ਆ ਤਾਂ ਇਹਨਾਂ ਨੂੰ ਹਜੇ ਹੋਰ ਟਾਈਮ ਲੱਗ ਸਕਦਾ ਹੈਗਾ ਜਿਹੜੇ ਕਿ ਪ੍ਰੋਬਬਲੀ 5 ਤੋਂ 6 ਵੀਕ ਹੋਰ ਲੱਗ ਸਕਦੇ ਜੀ ਬਿਲਕੁਲ ਤੇ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਵਿੱਚ ਕਿ ਇੱਥੇ ਆਉਣ ਲਈ ਸਟੂਡੈਂਟਸ ਵੀ ਇਸ ਵਕਤ ਕਾਫੀ ਜ਼ਿਆਦਾ ਹੁਣ ਕਰ ਰਹੇ ਨੇ ਕਿ ਸਰਕਾਰ ਕਦੋਂ ਈਜ਼ ਕਰੇ ਰਿਸਟ੍ਰਿਕਸ਼ਨਸ ਦੇ ਵਿੱਚ ਆਪਾਂ ਜੇ ਗੱਲ ਕਰੀਏ ਇਸ ਵਕਤ ਇੰਪੈਕਟ ਕੀ ਪਿਆ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਜਿਹੜੀਆਂ ਇਸ ਵਕਤ ਰਿਸਟ੍ਰਿਕਸ਼ਨਸ ਲੱਗੀਆਂ ਹਾਂਜੀ ਇੰਪੈਕਟ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਇਹ ਪਿਆ ਹੈਗਾ ਜੀ ਇੱਕ ਤਾਂ ਸਟੂਡੈਂਟਸ ਨੂੰ ਜਦੋਂ ਵੀ ਹੁਣ ਸਟੂਡੈਂਟਸ ਨੇ ਇੱਥੇ ਆਉਣਾ ਹੈਗਾ ਤੇ ਉਹਦੇ ਵਾਸਤੇ ਸਟੂਡੈਂਟਸ ਨੂੰ ਆਪਦੇ ਪ੍ਰੋਗਰਾਮਸ ਦੇ ਵਿੱਚ ਨਾਲ ਉਹਨਾਂ ਨੂੰ ਆਪਦਾ ਕੁਆਰੰਟਾਈਨ ਪਲਾਨ ਦੇਣਾ ਪੈਣਾ ਹੈਗਾ ਤੇ ਇੱਕ ਉਹਨਾਂ ਨੂੰ ਇਹ ਦੱਸਣਾ ਪੈਣਾ ਹੈਗਾ ਵੀ ਉਹ ਇੱਥੇ ਆ ਕੇ ਕਿੱਥੇ ਰਹਿਣਗੇ ਤੇ ਉਹਨਾਂ ਦੇ ਸੈਟਲਮੈਂਟ ਪਲਾਨਸ ਕੀ ਹੋਣਗੇ ਉਸ ਤੋਂ ਬਿਨਾਂ ਸਟੂਡੈਂਟਸ ਨੂੰ ਜਿਹੜਾ ਹੈਗਾ ਵੱਲੋਂ ਜਿਹੜੀਆਂ ਹੈਗੀਆਂ ਗਾਈਡਲਾਈਨਸ ਆਪਦੇ ਕਾਲਜ ਦੀਆਂ ਫੋਲੋ ਕਰਨੀਆਂ ਪੈਣਗੀਆਂ ਜਿਵੇਂ ਕਈ ਯੂਨੀਵਰਸਿਟੀਜ਼ ਵਗੈਰਾ ਨੇ ਇਹ ਕੀਤਾ ਹੈਗਾ ਜੇ ਕੋਈ ਸਟੂਡੈਂਟਸ ਨੂੰ ਕੋਈ ਸਿੰਪਟਮਸ ਆ ਜਾਂਦੇ ਹੈਗੇ ਆ ਤਾਂ ਉਹਨਾਂ ਨਾਲ ਜਿਵੇਂ ਉਹਨਾਂ ਨਾਲ ਐਗਰੀਮੈਂਟ ਉਹਨਾਂ ਨੇ ਆਪਦੇ ਐਗਰੀਮੈਂਟ ਦੇ ਵਿੱਚ ਕੰਡੀਸ਼ਨਸ ਪਾਈਆਂ ਹੋਈਆਂ ਹੈਗੀਆਂ ਵੀ ਸਟੂਡੈਂਟਸ ਨੂੰ ਉਹ ਕੰਡੀਸ਼ਨਸ ਦੇ ਵਿੱਚ ਕੀ ਕਰਨਾ ਪੈ ਸਕਦਾ ਤੇ ਉਹ ਕਿਵੇਂ ਉਹ ਸਟੂਡੈਂਟਸ ਨੂੰ ਮਾਨੀਟਰ ਸਕਦੇ ਹੈਗੇ ਆ ਇਹਦੇ ਵਿੱਚ ਇੰਸਟੀਚਿਊਟਸ ਦੀ ਸਟੂਡੈਂਟਸ ਨੂੰ ਮਾਨੀਟਰ ਕਰਨ ਦੀ ਜਾਂ ਉਹਨਾਂ ਦੇ ਜੇ ਹੈਲਥ ਨਾਲ ਰਿਲੇਟਡ ਜਿਹੜੀ ਹੈਗੀਆਂ ਇਨਫੋਰਮੇਸ਼ਨ ਲੈਣ ਦੀ ਉਹ ਮਤਲਬ ਉਹਨਾਂ ਕੋਲ ਜ਼ਿਆਦਾ ਇਦਾਂ ਦੇ ਪ੍ਰੋਗਰਾਮ ਆ ਜਿਨ੍ਹਾਂ ਵਿੱਚ ਉਹ ਇਨਫੋਰਮੇਸ਼ਨ ਜ਼ਿਆਦਾ ਲੈ ਸਕਣਗੇ ਇਸ ਤੋਂ ਬਿਨਾਂ ਸਟੂਡੈਂਟਸ ਨੂੰ ਬਾਕੀ ਆਪਦੀ ਸੇਫਟੀ ਦਾ ਧਿਆਨ ਰੱਖਣਾ ਪੈਣਾ ਅਦਰਵਾਈਜ਼ ਸਟੂਡੈਂਟਸ ਵਾਸਤੇ ਸੇਮ ਪ੍ਰੋਗਰਾਮ ਹੀ ਹੋਣਗੇ ਉਹ ਆਪਦੇ ਪ੍ਰੋਗਰਾਮ ਕੰਟੀਨਿਊ ਕਰ ਸਕਦੇ ਐਸ ਸੱਚ ਇਦਾਂ ਦੀ ਕੋਈ ਉਹਨਾਂ ਤੇ ਪ੍ਰੋਬਲਮ ਨਹੀਂ ਆ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੁਝ ਯੂਨੀਵਰਸਿਟੀਜ਼ ਵੀ ਜਿਹੜਾ ਆਪਣਾ ਪਲਾਨ ਹੈ ਉਹ ਸਰਕਾਰ ਦੇ ਨਾਲ ਸਾਂਝਾ ਕਰ ਰਹੇ ਨੇ ਤੇ ਜੇਕਰ ਉਹ ਵਾਲੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆਉਣ ਦੀ ਕੱਲ ਨੂੰ ਇੱਥੇ ਇਜਾਜ਼ਤ ਮਿਲਦੀ ਹੈ ਕਿ ਸਟੂਡੈਂਟਸ ਨੂੰ ਕੋਈ ਆਥੋਰਾਈਜ਼ੇਸ਼ਨ ਲੈਟਰ ਵਗੈਰਾ ਵੀ ਲੈਣਾ ਪੈਣਾ ਯੂਨੀਵਰਸਿਟੀ ਜਾਂ ਫਿਰ ਕਿਤੋਂ ਸਰਕਾਰ ਤੋਂ
ਹਾਂਜੀ, ਇਹ ਇਨ ਪ੍ਰੋਸੈਸ ਹੈਗੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਕਰ ਰਹੀਆਂ, ਪਰ ਸਟੂਡੈਂਟ ਦੇ ਵਿੱਚ ਜਿਹੜੇ ਵੀ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਣਗੇ ਜਾਂ ਜਿਹੜੀਆਂ ਵੀ ਈਜ਼ ਮਿਲੀਆਂ ਸੀ ਟਰੈਵਲ ਰਿਸਟ੍ਰਿਕਸ਼ਨਸ ਦੀਆਂ ਜਿਹੜੀਆਂ 2 ਅਕਤੂਬਰ ਤੋਂ ਮਿਲੀਆਂ ਸੀ, ਜੇ ਕਿਸੇ ਨੇ ਫੈਮਿਲੀ ਨੇ ਵੀ ਟਰੈਵਲ ਕਰਨਾ ਜਾਂ ਸਟੂਡੈਂਟ ਨੇ ਵੀ ਕਰਨਾ, ਉਹਨਾਂ ਨੂੰ ਇੱਕ ਪ੍ਰੋਪਰ ਆਥੋਰਾਈਜੇਸ਼ਨ ਪ੍ਰੋਸੈਸ ਆ ਉਹਦੇ ਗੋ ਥਰੂ ਹੋਣਾ ਪੈਣਾ ਹੈਗਾ ਤੇ ਉਹਦੇ ਵਿੱਚ ਇਹ ਡਿਫਰੈਂਟ ਹੈਗੇ, ਸਟੂਡੈਂਟਸ ਵਾਸਤੇ ਡਿਫਰੈਂਟ ਹੈ, ਫੈਮਿਲੀ ਮੈਂਬਰਸ ਵਾਸਤੇ ਡਿਫਰੈਂਟ ਹੈਗਾ ਤੇ ਸਟੂਡੈਂਟਸ ਨੂੰ ਇੱਥੇ ਆਉਣ ਤੋਂ ਪਹਿਲਾਂ ਰਿਟਨ ਆਥੋਰਾਈਜੇਸ਼ਨ ਚਾਹੀਦੀ ਹੈ। ਜੀ ਬਿਲਕੁਲ, ਤੁਸੀਂ ਫੈਮਿਲੀ ਮੈਂਬਰਸ ਦੀ ਗੱਲ ਕੀਤੀ ਹੈ ਤਾਂ ਇਸ ਵਕਤ ਇਹ ਵੀ ਸੁਣਿਆ ਕਿ ਪਿੱਛੇ ਜੇ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਹੁਣ ਫੈਮਿਲੀ ਮੈਂਬਰਸ ਨੂੰ ਵੀ ਆਉਣ ਦੀ ਇਜਾਜ਼ਤ ਹੋਏਗੀ ਕੁਝ ਨਿਯਮਾਂ ਦੇ ਨਾਲ। ਸੋ ਕਿੰਨਾ ਨੂੰ ਇਸ ਵਕਤ ਛੂਟ ਮਿਲੀ ਹੈ, ਕੌਣ ਇਸ ਦਾ ਫਾਇਦਾ ਚੁੱਕ ਸਕਦਾ ਹੈ? ਹਾਂਜੀ, ਇਹਦੇ ਵਿੱਚ ਜਿਹੜੀ ਰੀਸੈਂਟਲੀ ਕੀਤੀ ਹੈਗੀ ਆ ਐਕਸਟੈਂਡਡ ਫੈਮਿਲੀ ਮੈਂਬਰਸ ਨੂੰ ਅਲਾਉ ਕੀਤਾ ਗਿਆ ਹੈਗਾ, ਜਿਹਦੇ ਵਿੱਚ ਐਕਸਟੈਂਡਡ ਫੈਮਿਲੀ ਮੈਂਬਰ ਦੇ ਵਿੱਚ ਤੁਹਾਡੇ ਬ੍ਰਦਰ ਸਿਸਟਰ ਆ ਸਕਦੇ ਆ ਜਾਂ ਕੋਈ ਡਿਪੈਂਡੈਂਟ ਜਿਹੜੇ ਓਵਰ 22 ਆ ਉਹ ਵੀ ਆ ਸਕਦੇ ਆ, ਜਾਂ ਤੁਹਾਡਾ ਜੇ ਕਿਸੇ ਦਾ ਕੋਈ ਰਿਲੇਸ਼ਨ ਸੀਗਾ, ਰਿਲੇਸ਼ਨ ਦੇ ਵਿੱਚੋਂ ਜੇ ਉਹਨਾਂ ਦੇ ਬੱਚੇ ਆ ਉਹ ਵੀ ਆ ਸਕਦੇ ਜੀ ਹੈਗੇ ਆ ਹਰਕਿਰਨ ਜੀ, ਆਪਾਂ ਇਹਦੇ ਬਾਰੇ ਡਿਟੇਲ 'ਚ ਮੈਂ ਤੁਹਾਡੇ ਤੋਂ ਜਾਣਕਾਰੀ ਲਵਾਂਗੀ ਕਿ ਕਾਲਰ ਹੋਰ ਜੁੜ ਗਏ ਨੇ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਖਰੀ ਤੋਂ ਬੋਲਦੇ ਹਾਂ ਜੀ, ਬੈਰਗੋਰ ਤੋਂ। ਜੀ ਦੱਸੋ ਜੀ, ਕੀ ਸਵਾਲ ਹੈ? ਇਹ ਪੁੱਛਣਾ ਸੀਗਾ ਜਿਹੜੇ ਵਿਆਹ ਵਾਲੇ ਕੇਸ ਉਹ ਕਦੋਂ ਤੇ ਨਿਕਲਣੇ ਆ? ਸਪਾਊਸ ਕੇਸਿਸ ਦੀ ਤੁਸੀਂ ਗੱਲ ਕਰ ਰਹੇ ਹੋ ਜੀ? ਹਾਂਜੀ ਜੀ ਹਰਕਿਰਨ ਜੀ, ਸਪਾਊਸ ਕੇਸਿਸ ਦੇ ਬਾਰੇ ਵਿੱਚ ਪੁੱਛਣਾ ਚਾਹ ਰਹੇ ਨੇ ਕਿ ਕਦੋਂ ਤੱਕ ਨਿਕਲਣਗੇ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਹਾਂਜੀ, ਇਹ ਪੁੱਛਣਾ ਸੀ ਕਦੋਂ ਤੇ ਨਿਕਲਣੇ, ਜਿਹੜਾ ਵਿਆਹ 19 ਦਾ ਵਿਆਹ ਹੋਇਆ ਕਦੋਂ ਐਪਲੀਕੇਸ਼ਨ ਲਗਾਈ ਸੀ ਜੀ? ਐਪਲੀਕੇਸ਼ਨ ਕਦੋਂ ਲਗਾਈ ਸੀ? ਉਦੋਂ ਹੀ ਆ ਕੇ ਲਾਤੀ ਸੀ, ਜਦੋਂ ਵਿਆਹ ਕਰਕੇ ਆਏ ਸੀਗੇ ਉਦੋਂ ਤੋਂ ਲਾਤੀ। ਡਾਕਟਰੀ ਵੀ ਹੋ ਗਈ ਸੀ, ਫਿਰ ਕਦੋਂ ਲਗਾਈ ਕਦੋਂ ਸੀ ਜੀ? ਕਿਹੜੇ ਮਹੀਨੇ ਕਿਹੜੇ ਸਾਲ 'ਚ ਲਗਾਈ ਸੀ? 19 ਚ ਲਵਾਈ ਸੀ ਰਾਜੀ, 19 ਚ ਲਵਾਈ ਸੀ। ਮੈਮ ਇੱਕ ਤਾਂ ਆਪਣੀ ਟੀਵੀ ਸਕਰੀਨ ਦੀ ਪਲੀਜ਼ ਆਵਾਜ਼ ਨੂੰ ਘੱਟ ਕਰ ਦਿਓ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ ਸਾਰੀ ਇਨਫੋਰਮੇਸ਼ਨ ਲੈਣ ਤੋਂ ਬਾਅਦ। ਆਪਣੇ ਦਰਸ਼ਕਾਂ ਨੂੰ ਦੱਸ ਦਿਓ ਜਦੋਂ ਤੁਸੀਂ ਕਾਲ ਕਰਦੇ ਹੋ ਪਲੀਜ਼ ਆਪਣੀ ਇਨਫੋਰਮੇਸ਼ਨ ਆਪਣੇ ਨਾਲ ਰੱਖੋ ਤੇ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਦਿਓ। ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਬੀਸੀ ਤੋਂ ਸਰੀ ਤੋਂ ਬੋਲ ਰਿਹਾ ਜੀ, ਤੇ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਜੀ ਆਪਣੇ ਪੇਰੈਂਟ ਤੇ ਗ੍ਰੈਂਡ ਪੇਰੈਂਟ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਹੁਣ। ਹਾਂਜੀ ਸਰ, ਰੱਖੋ ਸਵਾਲ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਜੀ ਵੀ ਮੈਂ ਤੇ ਮੇਰੀ ਵਾਈਫ ਰਹਿੰਦੇ ਇੱਥੇ, ਤੇ ਸਾਨੂੰ ਹੁਣ ਮੈਂ ਆਪਣੇ ਫਾਦਰ ਸਾਹਿਬ ਨੂੰ ਬੁਲਾਉਣਾ ਚਾਹੁੰਦਾ ਤੇ ਇਨਕਮ ਸਾਨੂੰ ਦੋਵਾਂ ਹੀ ਦੇਖਣੀ ਪੈਣੀ ਹੈ ਕਿ ਇੱਕ ਦੀ ਕੈਲਕੂਲੇਟ ਕਰਨੀ ਪੈਣੀ? ਜੀ ਹਰਕਿਰਨ ਜੀ, ਸਵਾਲ ਤੁਹਾਨੂੰ ਪਤਾ ਲੱਗ ਗਿਆ ਜਾਂ ਮੈਂ ਰਿਪੀਟ ਕਰਾਂ? ਨਹੀਂ, ਮੈਨੂੰ ਹਾਂਜੀ ਪਤਾ ਲੱਗ ਗਿਆ। ਆਪਾਂ ਕੁਝ ਪੁੱਛਣਾ ਜਾਂ ਟੀਵੀ ਸਕਰੀਨ ਤੇ ਇਹਨਾਂ ਨੂੰ ਆਨਸਰ ਦਈਏ? ਨਹੀਂ, ਆਪਾਂ ਟੀਵੀ ਸਕਰੀਨ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਸਰ, ਆਪਾਂ ਇਹਨਾਂ ਦੀ ਪਹਿਲਾ ਸਵਾਲ ਦਾ ਜਵਾਬ ਦੇ ਦਈਏ। ਹਾਂਜੀ, ਇਹਨਾਂ ਨੇ ਜਿਵੇਂ ਪੁੱਛਿਆ ਹੈਗਾ, ਇਹ ਹਾਊਸ ਹੋਲਡ ਇਨਕਮ ਕੰਸੀਡਰ ਕੀਤੀ ਜਾਂਦੀ ਹੈਗੀ ਆ ਜੀ। ਜਿਵੇਂ ਇਹਨਾਂ ਦੇ ਸਪਾਊਸ ਹੈ, ਇਹਨਾਂ ਦੇ ਵਾਈਫ ਆ, ਉਹਨਾਂ ਦੀ ਇਨਕਮ ਇਹਦੇ ਵਿੱਚ ਕੰਸੀਡਰ ਕੀਤੀ ਜਾਣੀ ਹੈ। ਇਹ ਦੋਨੋਂ ਕਲੱਬ ਕਰਕੇ ਜਿਹੜੇ ਵੀ ਪੇਰੈਂਟਸ ਹੈ, ਇਹਨਾਂ ਦੇ ਪੇਰੈਂਟਸ ਆ ਜਾਂ ਇਨ-ਲॉज ਆ, ਉਹਨਾਂ ਨੂੰ ਸਪਾਂਸਰ ਕਰ ਸਕਦੇ ਆ। ਦੋਨਾਂ ਦੀ ਨੋਟਿਸ ਆਫ ਅਸੈਸਮੈਂਟ ਜਿਹੜੇ ਪਿਛਲੇ ਸਾਲਾਂ ਦੀ ਆ ਉਹ ਕੰਸੀਡਰ ਕੀਤੀ ਜਾਣ ਕੰਬਾਈਨ। ਜੀ ਬਿਲਕੁਲ, ਤੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਸਰ ਨਾਲ ਦੀ ਨਾਲ। ਹੁਣੀ ਆਪਾਂ ਗੱਲ ਕਰ ਰਹੇ ਸੀ ਕਿ ਇਸ ਦੌਰਾਨ ਜਦੋਂ ਕਾਲਸ ਆਈਆਂ ਕਿ ਇਹ ਫੈਮਿਲੀ ਮੈਂਬਰਸ ਨੂੰ ਕਿੰਨਾ ਨੂੰ ਛੋੜ ਦਿੱਤੀ ਗਈ ਹੈ ਇਸ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨ। ਹਾਂਜੀ, ਟਰੈਵਲ ਇੱਕ ਐਗਜ਼ੈਂਪਟ ਜਿਹੜੇ ਕੀਤਾ ਗਿਆ ਹੈਗਾ, ਐਕਸਟੈਂਡਡ ਫੈਮਿਲੀ ਮੈਂਬਰਸ ਨੂੰ ਕੀਤਾ ਗਿਆ ਹੈਗਾ। ਇਹਦੇ ਵਿੱਚ ਇੱਕ ਤਾਂ ਫੈਮਿਲੀ ਮੈਂਬਰਸ ਨੂੰ, ਇੱਕ ਇਹਦੇ ਵਿੱਚ ਕੰਪੈਸ਼ਨੇਟ ਗਰਾਊਂਡ ਤੇ ਕੀਤਾ ਗਿਆ ਹੈਗਾ ਜੀ। ਇਹਦੇ ਵਿੱਚ ਮੈਂ ਫਰਕ ਦੱਸਣਾ ਚਾਹੁੰਦਾ ਹੈਗਾ, ਕਿਉਂਕਿ ਜਿਵੇਂ ਤਾਂ ਐਕਸਟੈਂਡਡ ਫੈਮਿਲੀ ਮੈਂਬਰ ਕੀਤੇ ਗਏ ਆ, ਉਹਦੇ ਵਿੱਚ ਤਾਂ ਜਿਵੇਂ ਬ੍ਰਦਰ ਸਿਸਟਰ ਆ ਸਕਦੇ ਹੈਗੇ ਆ, ਪਰ ਮੇਨ ਇੱਥੇ ਇੱਕ ਹੋਰ ਰੱਖਿਆ ਗਿਆ, ਪਰਪਸ ਆਫ ਵਿਜ਼ਿਟ ਰੱਖਿਆ ਗਿਆ ਹੈਗਾ ਵੀ ਜੇ ਉਹਨਾਂ ਨੇ ਆਉਣਾ ਹੈਗਾ ਕਿਸੇ ਨੇ, ਤਾਂ ਉਹਨਾਂ ਦਾ ਪਰਪਸ ਜਿਹੜਾ ਹੈਗਾ ਉਹ ਫੈਮਿਲੀ ਰੀਯੂਨੀਫਿਕੇਸ਼ਨ ਹੋਵੇ, ਰੈਦਰ ਦੈਨ ਕੋਈ ਟਰੈਵਲ ਦਾ ਨਾ ਹੋਵੇ, ਇੰਟਰਟੇਨਮੈਂਟ ਦਾ ਨਾ ਹੋਵੇ, ਜਾਂ ਕੋਈ ਰੀਕ੍ਰੀਏਸ਼ਨਲ ਬੇਸਿਸ ਤੇ ਨਹੀਂ ਆ ਸਕਦਾ ਹੈਗਾ। ਠੀਕ ਆ ਜੀ, ਪਰ ਜਿਵੇਂ ਇਹਦੇ ਵਿੱਚ ਕੰਪੈਸ਼ਨੇਟ ਗਰਾਊਂਡ ਤੇ ਹੈਗਾ, ਕੰਪੈਸ਼ਨੇਟ ਗਰਾਊਂਡ ਤੇ ਜ਼ਰੂਰੀ ਨਹੀਂ ਹੈਗਾ ਉਹ ਤੁਹਾਡਾ ਐਕਸਟੈਂਡਡ ਫੈਮਿਲੀ ਮੈਂਬਰ ਹੋਵੇ, ਉਹ ਤੁਹਾਡਾ ਕੋਈ ਫਰੈਂਡ ਹੋ ਸਕਦਾ ਹੈਗਾ, ਉਹਨਾਂ ਦੀ ਫੈਮਿਲੀ ਹੋ ਸਕਦੀ ਹੈ, ਜਿਹੜਾ ਕੰਪੈਸ਼ਨੇਟ ਬੇਸਿਸ ਤੇ ਉਹ ਕੈਨੇਡਾ ਆ ਸਕਦੇ ਹੈਗੇ ਆ ਜੀ। ਤੇ ਉਹਦੇ ਵਾਸਤੇ ਜਿਹੜੀ ਆਪਾਂ ਨੂੰ ਆਥੋਰਾਈਜੇਸ਼ਨ ਦੋਨਾਂ ਦੇ ਵਿੱਚ ਚਾਹੀਦੀ ਹੈਗੀ ਆ ਜੀ। ਇਹਦੇ ਬਾਰੇ ਗੱਲ ਕਰਾਂਗੇ, ਆਥੋਰਾਈਜੇਸ਼ਨ ਦੇ ਬਾਰੇ ਆਪਾਂ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਹੋ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭੈਣ ਜੀ, ਅਸੀਂ ਪੁੱਛਣਾ ਸੀ, ਸਾਡੇ ਜਿੱਦਾਂ ਇੰਡੀਆ ਤੋਂ ਫਾਈਲ ਆਈ ਸੀਗੀ, ਕੁੜੀ ਸੀ, ਉਹਦਾ ਵਿਆਹ ਕੀਤਾ ਸੀ ਅਸੀਂ ਲਾਸਟ ਈਅਰ ਸੋਰੀ 2018 ਦੇ ਵਿੱਚ, ਤੇ ਮੁੜ ਕੇ ਜਿੱਦਾਂ ਉਹਨਾਂ ਦੀ ਫਾਈਲ ਆਈ ਸੀਗੀ ਮਾਰਚ ਦੇ ਵਿੱਚ 2018 ਦੇ ਵਿੱਚ। ਤੁਸੀਂ ਮਾਰਚ 2018 ਦੇ ਵਿੱਚ ਉਹਨਾਂ ਦੀ ਫਾਈਲ ਲਗਾਈ ਹੈ ਸਪਾਊਸ ਵੀਜ਼ਾ ਦੀ? ਹੈਲੋ ਜੀ।
ਤੇ ਉਹਨਾਂ ਦੀ ਮੈਡੀਕਲ ਹੋ ਗਈ ਸੀਗੀ ਜੁਲਾਈ 7 ਨੂੰ 2018 ਚ। ਓਕੇ, ਹਾਂਜੀ ਅੱਗੇ ਆਪਣਾ ਸਵਾਲ ਰੱਖੋ। ਕਿੱਦਾਂ ਕਦੋਂ ਤੱਕ ਕੇਸਿਸ ਵਗੈਰਾ ਕੱਢਦੇ ਆ, ਕੀ ਹਿਸਾਬ ਕਿਤਾਬ? ਹਰਕਿਰਨ ਜੀ ਇਹਨਾਂ ਨੇ ਸਪਾਊਸ ਵੀਜ਼ਾ ਦੀ ਗੱਲ ਕਰ ਰਹੇ ਨੇ। ਮਾਰਚ 2018 ਚ ਫਾਈਲ ਲਗਾਈ ਸੀ, ਜੁਲਾਈ 7 ਨੂੰ 2018 ਦੇ ਵਿੱਚ ਮੈਡੀਕਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁੱਛ ਰਹੇ ਨੇ ਕਿੰਨਾ ਟਾਈਮ ਲੱਗੇਗਾ। ਤੁਸੀਂ ਕੁਝ ਹਾਂਜੀ ਇਹਨਾਂ ਦਾ ਪੁੱਛਣਾ ਚਾਹੁੰਦੇ ਹੋ ਆਪਾਂ ਇਹਨਾਂ ਤੋਂ ਕੁਝ? ਨਹੀਂ, ਆਪਾਂ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਜਿਵੇਂ ਦੱਸ ਰਿਹਾ ਵੀ ਇਹਨਾਂ ਦਾ ਮੈਡੀਕਲ ਜੁਲਾਈ 7th ਆਫ ਜੁਲਾਈ 2018 ਨੂੰ ਹੋ ਗਿਆ ਹੈਗਾ। ਇਹਨਾਂ ਦਾ ਕਿਉਂਕਿ ਮੈਡੀਕਲ ਤਾਂ ਇਹਨਾਂ ਦਾ ਆਲਮੋਸਟ ਐਕਸਪਾਇਰ ਹੋ ਗਿਆ ਹੈਗਾ ਤੇ ਪਰ ਇਹਨਾਂ ਦੇ ਵਿੱਚ ਆਪਾਂ ਨੂੰ ਦੇਖਣਾ ਪੈਣਾ, ਹੋਰ ਇਨਫੋਰਮੇਸ਼ਨ ਚਾਹੀਦੀ ਹੈ ਵੀ ਕੀ ਹੈਗਾ, ਕਿਉਂਕਿ ਮੈਡੀਕਲ ਤੋਂ ਬਾਅਦ ਮੈਡੀਕਲ ਤਾਂ ਇੱਕ ਕੰਪੋਨੈਂਟ ਹੈਗਾ। ਇੱਕ ਮਿੰਟ ਜੀ, ਮੈਂ ਆਪਣੇ ਕਾਲਰ ਨੂੰ ਕਵਾਂਗੀ 1 ਮਿੰਟ ਲਈ ਪਲੀਜ਼ ਹੋਲਡ ਕਰਿਓ। ਹਰਕਿਰਨ ਜੀ ਕਾਲਰ ਦੇ ਸਵਾਲ ਦਾ ਜਵਾਬ ਦੇ ਰਹੇ ਨੇ, 1 ਮਿੰਟ ਲਈ ਹੋਲਡ ਕਰਿਓ ਜੀ ਸਰ। ਹਾਂਜੀ, ਇਹਨਾਂ ਦੀ ਇਨਫੋਰਮੇਸ਼ਨ ਇਹ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਆ, ਕਿਉਂਕਿ ਅਸੀਂ ਦੇਖਣਾ ਚਾਹੁੰਦੇ ਹਾਂ ਇਹਨਾਂ ਦੀ ਫਾਈਲ ਦੀ ਕਿਹੜੀ ਸਟੇਜ ਦੇ ਵਿੱਚ ਹੈਗੀ ਆ ਤੇ ਉਹਦੇ ਵਿੱਚ ਕੀ ਹੈ, ਸਾਡੇ ਕਿਸੇ ਵੀ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਆ ਜੀ। ਬਿਲਕੁਲ, ਸਾਡੇ ਨੈਕਸਟ ਕਾਲਰ ਵੀ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਅਸੀਂ ਬੈਂਕੋਵਰ ਤੋਂ ਬੋਲਦੇ ਹਾਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਹੈ ਮੈਂ ਇਹੀ ਪੁੱਛਣਾ ਚਾਹੁੰਦੀ ਹਾਂ, ਮੇਰੇ ਪੇਰੈਂਟਸ 4-5 ਈਅਰ ਹੋ ਗਏ ਉਹਨਾਂ ਨੂੰ ਵਿਜ਼ਿਟ ਆਉਂਦਿਆਂ ਨੂੰ, ਤੇ ਹੁਣ ਉਹ ਇੱਥੇ ਆ, ਮਤਲਬ ਕਿ ਉਹਨਾਂ ਦੀ ਮੈਂ ਪੀਅਰ ਲਗਾਉਣੀ ਮੰਗਦੀ ਆ। ਜੇ ਪੀਅਰ ਲਾ ਕੇ ਉਹਨਾਂ ਨੂੰ ਮਤਲਬ ਕਿ ਜਾਣਾ ਪਊਗਾ ਇੰਡੀਆ ਹੈਵ ਟੂ ਕਿ ਨਹੀਂ? ਓਕੇ ਹਰਕਿਰਨ ਜੀ, ਆਪਾਂ ਸਵਾਲ ਕੁਝ ਇਹਨਾਂ ਨੂੰ ਪੁੱਛਣਾ ਜਾਂ ਟੀਵੀ ਸਕਰੀਨ ਤੇ ਆਨਸਰ ਦਈਏ? ਤੁਸੀਂ ਟੀਵੀ ਤੇ ਮੈਨੂੰ ਦੱਸ ਦਿਓ। ਮੈਮ 1 ਮਿੰਟ ਲਈ ਹੋਲਡ ਕਰਿਓ, ਮੈਂ ਹਰਕਿਰਨ ਜੀ ਨੂੰ ਸਵਾਲ ਪੁੱਛ ਰਹੀ ਹਾਂ ਜੀ ਸਰ। ਓਕੇ, ਥੈਂਕ ਯੂ। ਹਾਂਜੀ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਹੀ ਦੱਸ ਦਿੰਦੇ ਹਾਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਲਓ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ ਜੀ ਸਰ। ਇਸ ਤੋਂ ਪਹਿਲਾਂ ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਪੁੱਛਿਆ ਸੀਗਾ ਕਿ ਉਹ ਆਪਣੇ ਪੇਰੈਂਟਸ ਨੂੰ ਇਨਵਾਈਟ ਕਰਨਾ ਚਾਹੁੰਦੇ, ਆਪਣੇ ਫਾਦਰ ਦੀ ਲਗਾਉਣਾ ਚਾਹੁੰਦੇ ਨੇ ਉਹ ਪੀਆਰ, ਤੇ ਉਹਨਾਂ ਦੀ ਸਿੰਗਲ ਦੀ ਕੰਸੀਡਰ ਹੋਏਗੀ ਇਨਕਮ ਜਾਂ ਫਿਰ ਦੋਵਾਂ ਦੀ ਹਸਬੈਂਡ ਵਾਈਫ ਦੀ ਕੰਸੀਡਰ ਹੋਏਗੀ? ਹਾਂਜੀ, ਉਹਨਾਂ ਦੋਹਾਂ ਦੀ ਇਨਕਮ ਕੰਸੀਡਰ ਹੋਊਗੀ, ਉਹ ਦੋਨੋਂ ਕਲੱਬ ਕਰ ਸਕਦੇ ਆ ਇਨਕਮ। ਇਹ ਇੱਕ ਹਾਊਸ ਹੋਲਡ ਇਨਕਮ ਇਹਦੇ ਵਿੱਚ ਕੰਸੀਡਰ ਕੀਤੀ ਜਾਊ। ਓਕੇ, ਇਸ ਤੋਂ ਜਿਹੜੀ ਵੈਨਕੂਵਰ ਤੋਂ ਜਿਨ੍ਹਾਂ ਦਾ ਸਵਾਲ ਆਇਆ ਸੀ ਹੁਣੀ ਮੈਮ ਦਾ ਕਿ ਉਹ ਪੀਆਰ ਲਗਾਉਣਾ ਚਾਹੁੰਦੇ ਨੇ ਆਪਣੇ ਪੇਰੈਂਟਸ ਦੀ, 4-5 ਸਾਲ ਤੋਂ ਇੱਥੇ ਰਹਿ ਰਹੇ ਨੇ ਵਿਜ਼ਟਰ ਵੀਜ਼ਾ ਦੇ। ਹਾਂਜੀ, ਉਹ ਆਪਣੇ ਹੁਣ ਉਹਨਾਂ ਕੋਲ ਹੈਗਾ, ਜੇ ਉਹਨਾਂ ਦੀ ਇਨਕਮ ਦਾ ਕ੍ਰਾਈਟੇਰੀਆ ਮੀਟ ਕਰਦੇ ਆ, ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟ ਇੰਟਰਸਟ ਸਪਾਂਸਰ ਅਪਲਾਈ ਕਰ ਸਕਦੇ ਹੈਗੇ ਆ ਜੀ। ਤੇ ਉਹ ਜੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦਾ ਉਹ ਐਕਸਟੈਂਸ਼ਨ ਲੈ ਸਕਦੇ ਆ ਜੀ। ਉਹਨਾਂ ਨੂੰ ਆਪਦੇ ਮੈਂ ਮਤਲਬ ਸੁਜੈਸਟ ਕਰਦਾ ਹੈਗਾ ਮੈਂ, ਉਹ ਆਪਦੇ ਪੇਰੈਂਟਸ ਦਾ ਸਟੇਟਸ ਮੇਨਟੇਨ ਰੱਖਣ ਤੇ ਉਹਨਾਂ ਨੂੰ ਜੇ ਉਹ ਜਿਵੇਂ ਉਹਨਾਂ ਨੇ ਦੱਸਿਆ ਵੀ ਇੱਥੇ ਰੱਖਣਾ ਚਾਹੁੰਦੇ ਹੈਗੇ, ਉਨੀ ਦੇਰ ਤੱਕ ਉਹ ਉਹਨਾਂ ਦੀ ਐਕਸਟੈਂਸ਼ਨ ਲੈ ਸਕਦੇ ਆ ਜੀ। ਬਿਲਕੁਲ, ਅਸੀਂ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਆਥੋਰਾਈਜ਼ੇਸ਼ਨ ਲੈਟਰ ਲੈਣਾ ਜ਼ਰੂਰੀ ਹੈ ਜਿਨ੍ਹਾਂ ਨੇ ਵੀ ਇੱਥੇ ਆਉਣਾ ਹੈ, ਜੋ ਸਰਕਾਰ ਨੇ ਇਸ ਦੇ ਵਿੱਚ। ਹਾਂਜੀ, ਆਥੋਰਾਈਜ਼ੇਸ਼ਨ ਵਾਸਤੇ ਜਿਵੇਂ ਮੈਂ ਦੱਸ ਰਿਹਾ ਸੀ, ਕੰਪੈਸ਼ਨੇਟ ਗਰਾਊਂਡ ਤੇ ਜੇ ਕਿਸੇ ਨੇ ਆਉਣਾ ਹੈਗਾ ਤਾਂ ਉਹਨਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਤੋਂ ਉਹਨਾਂ ਨੂੰ ਆਥੋਰਾਈਜ਼ੇਸ਼ਨ ਲੈਣੀ ਪੈਣੀ ਹੈਗੀ ਆ। ਇਹਦੇ ਵਿੱਚ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਕਿਉਂਕਿ ਕਿਉਂ ਇਹ ਅਲਾਉ ਕੀਤਾ ਹੈਗਾ, ਕਿਉਂਕਿ ਜਿਵੇਂ ਹੁਣ ਅੱਗੇ ਸਟੇਟਸ ਦੇ ਵਿੱਚ ਕਈ ਫੈਮਲੀਜ਼ ਹੈਗੀਆਂ ਨੇ, ਉਹ ਕੈਨੇਡਾ ਆਉਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਦੇ ਕੋਈ ਕੰਪੈਸ਼ਨੇਟ ਗਰਾਊਂਡ ਤੇ ਆਉਣਾ ਚਾਹੁੰਦੇ ਸੀਗੇ, ਪਰ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਵੀ ਉਹ 14 ਦਿਨ ਵਾਸਤੇ ਕੁਆਰੰਟਾਈਨ ਕਰ ਸਕਣ। ਤੇ ਉਹਦੇ ਕਰਕੇ ਹੁਣ ਇਹਨਾਂ ਨੇ ਅਲਾਉ ਕੀਤਾ ਹੈਗਾ, ਜੇ ਪਬਲਿਕ ਹੈਲਥ ਏਜੰਸੀ ਤੋਂ ਤੁਸੀਂ ਕਰ ਸਕਦੇ ਹੋ। ਇਹਨਾਂ ਦਾ ਪ੍ਰੋਸੈਸ ਹੈਗਾ ਜਿਹਦੇ ਵਿੱਚ ਤੁਹਾਨੂੰ ਕੁਆਰੰਟਾਈਨ ਤੋਂ ਵੀ ਐਗਜ਼ੈਂਪਸ਼ਨ ਮਿਲ ਜਾਂਦੀ ਆ, ਪਰ ਉਹਦੇ ਵਿੱਚ ਕਈ ਤੁਹਾਨੂੰ ਆਥੋਰਾਈਜ਼ੇਸ਼ਨ ਲੈਣੀ ਪੈਂਦੀ ਆ ਵੀ ਜਿਵੇਂ ਕੋਈ ਸਿੱਖ ਹੈਗਾ ਤਾਂ ਉਹਨੂੰ ਤੁਸੀਂ ਕਿਹੜੇ ਹਸਪੀਟਲ 'ਚ ਮਿਲਣਾ ਹੈਗਾ, ਜਾਂ ਕਿਸੇ ਜੇ ਕੋਈ ਫਿਊਨਰਲ ਹੈਗਾ ਉਹ ਕਿਹੜੀ ਸਾਈਟ ਤੇ ਜਾਣਾ ਪੈਣਾ ਹੈਗਾ। ਇਹਦੇ ਵਿੱਚ ਅਸੀਂ ਕੀਤਾ ਹੈਗਾ ਹੁਣ, ਕਿਉਂਕਿ ਲਾਸਟ ਵੀਕਐਂਡ ਤੇ ਇੱਕ ਫੈਮਿਲੀ ਆਈ ਸੀ, ਉਹਨਾਂ ਨਿਊ ਜਰਸੀ ਤੋਂ ਆਏ ਸੀ, ਉਹਨਾਂ ਦੇ ਕੋਈ ਇੱਥੇ ਸਿੱਖ ਸੀਗੇ, ਉਹਨਾਂ ਨੂੰ 3 ਦਿਨ ਦੀ ਪਰਮਿਸ਼ਨ ਮਿਲ ਗਈ ਸੀ। ਉਹਦੇ ਕਰਕੇ ਇਹਨਾਂ ਨੇ ਕੰਪੈਸ਼ਨੇਟ ਗਰਾਊਂਡਸ ਤੇ ਅਲਾਉ ਕੀਤਾ ਹੈਗਾ ਫੈਮਿਲੀਜ਼ ਨੂੰ ਆਪਦੇ ਜਿਹੜੇ ਹੈਗੇ ਉਹਨਾਂ ਦੇ ਰਿਲੇਟਿਵਸ ਉਹਨਾਂ ਨੂੰ ਮਿਲਣ। ਜੀ ਬਿਲਕੁਲ, ਇੱਕ ਕਾਲਰ ਸਾਡੇ ਨਾਲ ਹੋ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਜੀ, ਇੰਗਲੈਂਡ ਤੋਂ ਬੋਲਦੇ ਜੀ। ਜੀ ਦੱਸੋ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਜੀ, ਮੇਰੇ ਬੇਟਾ ਨਾ ਕੈਨੇਡਾ 10 ਸਾਲ ਦਾ ਵੀਜ਼ਾ ਲੱਗਿਆ ਉਹਦਾ, ਉਹ ਇੰਡੀਆ ਆ, ਉਹ ਇੱਕ ਵਾਰ ਹੋ ਕੇ ਗਿਆ ਕੈਨੇਡਾ ਤੋਂ 6 ਮਹੀਨੇ ਰਹਿ ਕੇ, ਤੇ ਹੁਣ ਉਹ ਵਾਪਸ ਆ ਸਕਦਾ? 2 ਸਾਲ ਹੋ ਗਏ ਨੇ। ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਉਹ ਵਾਪਸ ਕੈਨੇਡਾ ਆ ਸਕਦਾ ਆ? ਹਾਂਜੀ, ਆ ਸਕਦਾ ਉਹ ਫਿਰ ਦੁਬਾਰਾ? ਉਹਨਾਂ ਦਾ ਸਰ ਤੁਹਾਨੂੰ ਕੁਐਸਚਨ ਸਮਝ ਆ ਗਿਆ? ਹਾਂਜੀ, ਉਹਨਾਂ ਕੋਲ ਵੈਲਿਡ ਵੀਜ਼ਾ ਹੈਗਾ ਜੀ। ਉਹਨਾਂ ਕੋਲ ਵੈਲਿਡ ਵੀਜ਼ਾ ਹੈਗਾ ਇਸ ਟਾਈਮ, ਜਿਹੜਾ ਵੀਜ਼ਾ ਉਹਨਾਂ ਦਾ ਵੈਲਿਡ ਹੈ? ਹਾਂਜੀ ਹਾਂਜੀ, ਹੈਗਾ ਵੀਜ਼ਾ ਹੈਗਾ। ਹਾਂਜੀ ਜੀ ਬਿਲਕੁਲ ਹੈਗਾ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ, ਕੁਝ ਹੋਰ ਪੁੱਛਣਾ?
ਤੇ ਨਾਲ ਉਹਨਾਂ ਦੀ ਗੱਲ ਪੁੱਛਣੀ ਸੀ। ਜੀ ਅਸੀਂ ਇੰਗਲੈਂਡ ਦੇ ਬ੍ਰਿਟਿਸ਼ ਪਾਸਪੋਰਟ ਸਾਡੇ ਕੋਲ, ਹਸਬੈਂਡ ਵਾਈਫ ਕੋਲ, ਜੀ ਅਸੀਂ ਕੈਨੇਡਾ ਵਿੱਚ ਆਪਣੀ ਸੈਟਿੰਗ ਕਰਨੀ ਚਾਹੁੰਦੇ ਆ। ਇੱਥੋਂ ਦੀ ਸਿਟੀਜ਼ਨ ਰੱਖਣੀ ਚਾਹੁੰਦੇ ਹਾਂ, ਉੱਥੋਂ ਦੀ ਲੈਂਡਨ ਸਾਨੂੰ ਮਿਲ ਸਕਦੀ ਹੈ ਤੱਕ ਨਹੀਂ? ਮਤਲਬ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬ੍ਰਿਟਿਸ਼ ਤੁਹਾਡੇ ਕੋਲ ਵੀ ਸਿਟੀਜ਼ਨਸ਼ਿਪ ਹੋਵੇ ਤੇ ਤੁਹਾਡੇ ਕੋਲ ਕੈਨੇਡੀਅਨ ਵੀ ਹੋਵੇ, ਡੁਅਲ ਸਿਟੀਜ਼ਨਸ਼ਿਪ ਚਾਹੁੰਦੇ ਹੋ ਹਾਂਜੀ ਤੁਸੀਂ? ਹਾਂਜੀ ਜੀ ਹਰਕਿਰਨ ਜੀ, ਹਾਂਜੀ। ਤੁਸੀਂ ਇਹਦਾ ਸਵਾਲ ਦਾ ਜਵਾਬ ਮਤਲਬ ਆਪਾਂ ਇਹਨਾਂ ਨੂੰ ਕੁਝ ਹੋਰ ਪੁੱਛਣਾ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਆਪਾਂ ਹਾਂਜੀ, ਇਹ ਪੁੱਛਣਾ ਤੁਸੀਂ ਜੀ ਤੁਸੀਂ ਟੀਵੀ ਚਾਹੁੰਦੇ ਸਕਰੀਨ ਤੇ ਕਿ ਜੀ ਸਾਡੇ ਆਨਸਰ ਕੋਲ ਸੁਣ ਸਕਦੇ ਹੋ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਸਰੀ ਤੋਂ ਬੋਲ ਰਹੇ ਨੇ। ਜੀ ਕੀ ਸਵਾਲ ਹੈ ਤੁਹਾਡਾ? ਮੇਰੀ ਬੇਟੀ ਦਾ ਜੀ, ਮੇਰੀ ਬੇਟੀ ਦੀ ਜੀਐਨਐਮ ਕੀਤੀ ਹੋਈ ਹੈ ਤੇ ਨੈਣੀ ਦਾ ਵੀ ਕੀਤਾ ਹੋਇਆ। ਅਸੀਂ ਪਹਿਲਾਂ ਉਹਦੀ ਮੈਰਿਜ ਨਹੀਂ ਸੀ ਹੋਈ, ਲਾਇਆ ਸੀ ਵੀਜ਼ਾ ਤੇ 25,000 ਸੈਲਰੀ ਕਹਿੰਦੇ ਇਹਨਾਂ ਨੇ ਵਾਪਸ ਨਹੀਂ ਆਉਣਾ। ਹੁਣ ਅਸੀਂ ਕਿਸ ਬੇਸ ਤੇ ਲਾ ਸਕਦੇ ਹਾਂ? ਬੇਟੀ ਦਾ ਹੁਣ ਉਹਦੀ ਮੈਰਿਜ ਹੋ ਗਈ। ਓਕੇ, ਹਾਂਜੀ ਹਰਕਿਰਨ ਜੀ ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ, ਕਿਵੇਂ ਬੁਲਾ ਹਾਂਜੀ, ਹਾਂਜੀ। ਸਕਦੇ ਆ ਇੱਧਰ ਆਪਾਂ- ਅਸੀਂ ਉਹਨੂੰ? ਜੀ ਮੈਮ ਇੱਕ ਮਿੰਟ ਲਈ ਹੋਲਡ ਕਰਿਓ, ਆਪਾਂ ਇਹਨਾਂ ਨੂੰ ਕੁਝ ਪੁੱਛਣਾ ਜਾਂ ਫਿਰ ਆਨਸਰ ਦਈਏ? ਆਪਾਂ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਸਰ ਜਿਨ੍ਹਾਂ ਦੀ ਇੰਗਲੈਂਡ ਤੋਂ ਕਾਲ ਆਈ ਸੀ, ਆਪਾਂ ਜ਼ਰਾ ਉਹਨਾਂ ਨੂੰ ਜਵਾਬ ਦੇ ਦਿਓ। ਪੁੱਛ ਰਹੇ ਸਨ ਉਹਨਾਂ ਦਾ ਬੇਟਾ 10 ਸਾਲ ਦਾ, ਉਹਨਾਂ ਦੇ ਕੋਲ ਕੈਨੇਡਾ ਦਾ ਹੈਗਾ ਆ ਵੀਜ਼ਾ, ਤੇ ਕਿਵੇਂ ਆ ਸਕਦੇ ਨੇ ਉਹ ਵਾਪਸ ਦੁਬਾਰਾ ਕੈਨੇਡਾ ਵਿਜ਼ਿਟ ਕਰ ਸਕਦੇ ਨੇ? ਹਾਂਜੀ, ਜੇ ਉਹਨਾਂ ਦਾ ਬੇਟਾ, ਜਿਵੇਂ ਮੈਂ ਅੱਗੇ ਦੱਸਿਆ ਜੀ, ਵੀ ਜੇ ਇਹਨਾਂ ਦੀ ਫੈਮਿਲੀ ਆਲਰੇਡੀ, ਜਿਵੇਂ ਉਹਦੀ ਕੋਈ ਸਿਸਟਰ ਹੈਗੀ ਆ ਜਾਂ ਉਹਦੇ ਕੋਈ ਫੈਮਿਲੀ ਹੈਗੀ ਆ, ਤਾਂ ਉਹਦਾ ਪਰਪਸ ਆਫ ਵਿਜ਼ਿਟ ਜਿਹੜਾ ਹੈਗਾ ਟੂਰਿਜ਼ਮ ਨਾ ਹੋਵੇ। ਜੇ ਫੈਮਿਲੀ ਰੀਯੂਨੀਫਿਕੇਸ਼ਨ ਹੈਗੀ ਆ ਤਾਂ ਉਹਦੇ ਬੇਸਿਸ ਤੇ ਉਹ ਆ ਸਕਦੇ ਹੈਗੇ ਆ ਜੀ। ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂ, ਪਰ ਉਹਨਾਂ ਨੂੰ ਡੈਫੀਨਿਟਲੀ ਜਿਹੜੀ ਆਥੋਰਾਈਜੇਸ਼ਨ ਹੈਗੀ ਆ ਰਿਟਨ ਦੇ ਵਿੱਚ ਉਹ ਲੈਣੀ ਪੈਣੀ ਆ। ਉਹਦੇ 6 ਸਟੈਪ ਆ, ਉਹਦੇ ਗੋ ਥਰੂ ਹੋਣਾ ਪੈਣਾ ਹੈਗਾ। ਤੇ ਕਿਉਂਕਿ ਜੇ ਉਹਦੀ ਇਮੀਡੀਏਟ ਫੈਮਿਲੀ ਹੈਗੀ ਆ, ਫਿਰ ਤਾਂ ਉਹ ਵੈਸੇ ਹੀ ਆ ਸਕਦੇ ਹੈਗੇ ਆ ਵਿਦਆਊਟ ਐਗਜ਼ੈਂਪਸ਼ਨਸ। ਉਹਨੂੰ ਪ੍ਰੂਫ ਲੈ ਕੇ ਜਾਣਾ ਪੈਣਾ ਹੈਗਾ। ਇਹਦੇ ਵਿੱਚ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਹੈਗਾ, ਜਿਹੜੇ ਕਿ ਕਿਉਂਕਿ ਸਾਡੇ ਕੋਲ ਕਾਫੀ ਕਾਲਸ ਆਈਆਂ ਨੇ ਅੱਗੇ, ਪਿਛਲੇ ਆਪਣੇ ਇੱਕ ਦੋ ਸ਼ੋਅ ਤੇ ਵੀ ਪੁੱਛਿਆ ਸੀਗਾ, ਜਿਹੜੀ ਇਮੀਡੀਏਟ ਫੈਮਿਲੀ ਆ ਉਹਨਾਂ ਵਾਸਤੇ ਵੀ ਅਸੀਂ ਸੁਜੈਸਟ ਕਰਦੇ ਹਾਂ ਉਹਨਾਂ ਨੂੰ ਕਿਸੇ ਆਥੋਰਾਈਜੇਸ਼ਨ ਦੀ ਜ਼ਰੂਰਤ ਨਹੀਂ ਹੈਗੀ, ਪਰ ਫਿਰ ਵੀ ਉਹ ਆਪਦਾ ਪ੍ਰੂਫ ਲੈ ਕੇ ਜਾਣ। ਜਿਹਦੇ ਕੋਲ ਟਰੈਵਲ ਕਰਨਾ, ਉਹਨਾਂ ਦੇ ਪਾਸਪੋਰਟ ਦੀ ਫੋਟੋਕਾਪੀ ਜਾਂ ਹੋਰ ਕੋਈ ਮੈਰਿਜ ਸਰਟੀਫਿਕੇਟ, ਜਿੰਨਾ ਉਹ ਪ੍ਰੂਫ ਕਰ ਸਕਣ ਵੀ ਸਿਟੀਜ਼ਨ ਜਾਂ ਪਰਮਾਨੈਂਟ ਜਿਹੜੇ ਉਹਨਾਂ ਦੇ ਕੈਨੇਡਾ ਦੇ ਵਿੱਚ ਆ, ਉਹਨਾਂ ਨੂੰ ਉਹ ਵਿਜ਼ਿਟ ਕਰਨ ਚੱਲ ਰਹੇ ਹੈਗੇ ਆ, ਜਿਹੜੇ ਇਮੀਡੀਏਟ ਫੈਮਿਲੀ ਮੈਂਬਰ। ਜੀ ਬਿਲਕੁਲ। ਇਸ ਤੋਂ ਬਾਅਦ ਉਹਨਾਂ ਦਾ ਅਗਲਾ ਹੀ ਸਵਾਲ ਸੀ ਕਿ ਉਹਨਾਂ ਕੋਲ ਖੁਦ ਕੋਲ ਬ੍ਰਿਟਿਸ਼ ਪਾਸਪੋਰਟ ਹੈਗਾ ਹਸਬੈਂਡ ਵਾਈਫ ਕੋਲ, ਤੇ ਉਹ ਕੈਨੇਡਾ ਆ ਕੇ ਕੈਨੇਡਾ ਸੈਟਲ ਹੋਣਾ ਚਾਹੁੰਦੇ ਨੇ ਤੇ ਡੂਅਲ ਸਿਟੀਜ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਇਹ ਪੋਸੀਬਲ ਹੋ ਸਕਦਾ ਹੈ? ਹਾਂਜੀ, ਉਹਨਾਂ ਕੋਲ ਆਪਸ਼ਨਸ ਹੈਗੀ ਆ। ਇੱਕ ਤਾਂ ਉਹਨਾਂ ਦੇ ਫੈਮਿਲੀ ਤੇ ਡਿਪੈਂਡ ਕਰਦਾ ਹੈ ਵੀ ਜਿਵੇਂ ਉਹਨਾਂ ਦੇ ਜੇ ਇੱਥੇ ਬੱਚੇ ਹੈਗੇ ਆ ਕੋਈ, ਉਹਨਾਂ ਨੂੰ ਉਹ ਸਪਾਂਸਰ ਕਰ ਸਕਦੇ ਆ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਵਾਸਤੇ। ਉਸ ਤੋਂ ਬਿਨਾਂ ਜੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਦੇਖਣੇ ਪੈਣੇ ਆ, ਜੇ ਉਹ ਕਿਸੇ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਵਾਸਤੇ ਕੁਆਲੀਫਾਈ ਹੋ ਸਕਦੇ ਹੈਗੇ ਆ। ਤੇ ਇੱਕ ਯੂਰਪ ਤੋਂ ਜਿਹੜੇ ਹੈਗੇ ਆ, ਤੇ ਯੂਰਪ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ, ਬਿਜ਼ਨਸ ਕਲਾਸ ਪ੍ਰੋਗਰਾਮ ਹੈ, ਓਨਰ ਆਪਰੇਟਰ ਪ੍ਰੋਗਰਾਮਸ ਹੈਗੇ ਆ, ਜਿਹਦੇ ਬੇਸਿਸ ਤੇ ਉਹ ਇੱਥੇ ਆ ਕੇ ਆਪਣੀ ਕੰਪਨੀ ਐਸਟੈਬਲਿਸ਼ ਕਰ ਸਕਦੇ ਆ। ਉਹਦੇ ਬੇਸਿਸ ਤੇ ਉਹ ਉਹਨਾਂ ਦਾ ਰੈਲੇਵੈਂਟ ਐਕਸਪੀਰੀਅੰਸ ਦੇਖਣਾ ਪੈਣਾ, ਉਹਦੇ ਬੇਸਿਸ ਤੇ ਉਹ ਇਮੀਗ੍ਰੇਸ਼ਨ ਕੈਨੇਡਾ ਦੀ ਲੈ ਸਕਦੇ ਹੈਗੇ ਆ। ਇਹਦੇ ਵਾਸਤੇ ਇਹ ਜੇ ਚਾਹੇ ਸਾਡੇ ਯੂਰਪ ਵਾਲੇ ਆਫਿਸ ਨਾਲ ਵੈਬਸਾਈਟ ਤੋਂ ਦੇਖ ਕੇ ਉੱਥੇ ਕੰਟੈਕਟ ਕਰ ਲੈਣ, ਕਿਉਂਕਿ ਉਹ ਬਿਜ਼ਨਸ ਇਮੀਗ੍ਰੇਸ਼ਨ ਯੂਰਪ ਤੋਂ ਹੀ ਕਰਦੇ ਹੈਗੇ ਆ। ਤੇ ਜੇ ਬਾਕੀ ਇਹਨਾਂ ਨੂੰ ਫਰਦਰ ਚਾਹੀਦੀ ਆ, ਸਾਨੂੰ ਈਮੇਲ ਤੇ ਇਨਫੋਰਮੇਸ਼ਨ ਭੇਜ ਦੇਣ ਤਾਂ ਅਸੀਂ ਇਹਨਾਂ ਦੇ ਕ੍ਰੈਡੈਂਸ਼ੀਅਲ ਚੈੱਕ ਕਰਕੇ ਇਹਨਾਂ ਨੂੰ ਹੋਰ ਆਪਸ਼ਨਸ ਕੀ ਹੈਗੀਆਂ ਉਹ ਇਹਨਾਂ ਨੂੰ ਐਕਸਪਲੋਰ ਕਰਕੇ ਦੱਸ ਸਕਦੇ। ਬਿਲਕੁਲ ਜੀ। ਤੇ ਸਰ ਅਗਲੇ ਵੀ ਸਵਾਲ ਦਾ ਆਪਾਂ ਜਵਾਬ ਦਵਾਂਗੇ, ਪਰ ਇੱਥੇ ਇੱਕ ਥੋੜੇ ਜਿਹੇ ਬ੍ਰੇਕ ਦਾ ਸਮਾਂ ਹੋ ਚੁੱਕਿਆ ਹੈ। ਆਪਾਂ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਵਾਪਸ ਆਉਣਾ ਤੇ ਮੈਮ ਦੇ ਸਵਾਲ ਦਾ ਵੀ ਇੱਕ ਹੋਰ ਜਵਾਬ ਦੇਣਾ। ਕੰਸਲਟੈਂਸੀ ਆਫ ਇਮੀਗ੍ਰੇਸ਼ਨ। ਕੀ ਕੈਨੇਡਾ ਹੈ ਤੁਹਾਡੀ ਡ੍ਰੀਮ ਡੈਸਟੀਨੇਸ਼ਨ? ਤਾਂ ਫਿਰ ਕਿਸੇ ਵੀ ਤਰ੍ਹਾਂ ਦੀਆਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਸਰਵਿਸਿਜ਼ ਜਿਵੇਂ ਕਿ ਸਟੱਡੀ ਪਰਮਿਟ, ਵਰਕ ਪਰਮਿਟ, ਪੀਆਰ, ਇਮੀਗ੍ਰੇਸ਼ਨ ਅਪੀਲ, ਆਪਣਾ ਸਟੇਟਸ ਬਰਕਰਾਰ ਰੱਖਣ, ਫੈਮਿਲੀ ਸਪਾਂਸਰਸ਼ਿਪ ਜਾਂ ਫਿਰ ਬਿਜ਼ਨਸ ਇਨਵੈਸਟਮੈਂਟ ਕਲਾਸ ਤਹਿਤ ਪਰਿਵਾਰ ਦੇ ਨਾਲ ਕੈਨੇਡਾ ਵਿੱਚ ਸੈਟਲ ਹੋਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕੈਨੇਡੀਅਨ ਸਰਕਾਰ ਦੁਆਰਾ ਮਾਨਤਾ ਪ੍ਰਾਪਤ ICCRC ਮੈਂਬਰ ਹਰਕਿਰਨ ਗਰੇਵਾਲ ਅਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰੋ। ਫਾਰਗੋ ਕੰਸਲਟੈਂਸੀ ਆਫ ਇਮੀਗ੍ਰੇਸ਼ਨ। ਸਾਡੇ ਆਫਿਸਿਸ ਕੈਨੇਡਾ ਦੇ ਨਾਲ-ਨਾਲ ਭਾਰਤ ਅਤੇ ਯੂਰਪ ਵਿੱਚ ਵੀ ਨੇ। ਬ੍ਰੈਂਪਟਨ, ਐਡਮਿੰਟਨ, ਸਰੀ, ਇੰਡੀਆ ਤੇ ਨੀਦਰਲੈਂਡਸ ਦੇ ਆਫਿਸਿਸ ਦੇ ਵਿੱਚ ਅੱਜ ਹੀ ਕਾਲ ਕਰੋ। ਫਾਰਗੋ ਕੰਸਲਟੈਂਸੀ ਆਫ ਇਮੀਗ੍ਰੇਸ਼ਨ। ਟੈਲੀ ਟਾਕ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਤੁਹਾਡਾ ਟੈਲੈਂਟ ਕਿਉਂ ਰਹੇ ਪਿੱਛੇ? ਟਿਕਟੌਕ ਨਹੀਂ ਤਾਂ ਟੈਲੀ ਟਾਕ ਹੀ ਸਹੀ। ਜੀ ਹਾਂ, ਬਿਲਕੁਲ ਠੀਕ ਸੁਣਿਆ, ਟੈਲੀ ਟਾਕ।
ਐਂਡਰੋਇਡ ਦੇ ਨਾਲ ਐਪਲ ਫੋਨਸ ਦੇ ਵਿੱਚ ਵੀ ਆ ਚੁੱਕੀ ਹੈ, ਜਿਸ ਵਿੱਚ ਨੇ ਬਿਲਕੁਲ ਟਿਕਟੌਕ ਵਰਗੇ ਫੀਚਰਸ ਜਿਵੇਂ ਕਿ ਸ਼ਾਰਟ ਵੀਡੀਓ ਅਪਲੋਡਿੰਗ, ਵੀਡੀਓ ਸ਼ੇਅਰਿੰਗ, ਇਮੇजेस ਸ਼ੇਅਰਿੰਗ, ਫੇਸਬੁੱਕ ਦੀ ਤਰ੍ਹਾਂ ਹੀ ਆਪਣੇ ਮਨਪਸੰਦ ਲੋਕਾਂ ਨੂੰ ਕਰੋ ਫੋਲੋ, ਰਿਕਾਰਡ ਔਨ ਕੈਮਰਾ, ਟਿਕਟੌਕ ਦੀ ਤਰ੍ਹਾਂ ਹੀ ਟੈਲੈਂਟ ਸੈਕਸ਼ਨ, ਇੰਡੀਆ ਦੀ ਨੰਬਰ 1 ਐਪ, ਲਾਈਵ ਵੀਡੀਓਜ਼, ਯੂਜ਼ਰਸ ਆਪਣਾ ਵੀਡੀਓ ਖੁਦ ਬਣਾ ਸਕਦੇ ਨੇ। ਸੋ ਅੱਜ ਹੀ ਆਪਣੇ ਐਂਡਰੋਇਡ ਜਾਂ ਫਿਰ ਐਪਲ ਫੋਨਸ ਦੇ ਵਿੱਚ ਡਾਊਨਲੋਡ ਕਰੋ ਟੈਲੀ ਟਾਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 647 710 8300। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਵਿੱਚ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਵਿੱਚ ਜੋ ਨਵੀਂ ਅਪਡੇਸ਼ਨ ਆਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਦੇ ਉੱਤੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਜੀ ਭਾਰਗਵ ਕੰਸਲਟੈਂਸੀ ਆਫ ਇਮੀਗ੍ਰੇਸ਼ਨ ਤੋਂ ਹਰਕਿਰਨ ਗਰੇਵਾਲ ਜੀ। ਹਰਕਿਰਨ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਸਾਨੂੰ ਇੱਕ ਫੀਮੇਲ ਕਾਲਰ ਨੇ ਸਾਨੂੰ ਪੁੱਛਿਆ ਸੀ ਸਰੀ ਤੋਂ ਕਿ ਉਹਨਾਂ ਦੀ ਬੇਟੀ ਨੇ ਜੀਐਨਐਮ ਨਰਸਿੰਗ ਕੀਤੀ ਹੋਈ ਹੈ, ਨਾਲ ਨੈਨੀ ਦਾ ਵੀ ਕੀਤਾ ਹੋਇਆ, ਤੇ ਪਿਛਲੀ ਵਾਰੀ ਇਹਨਾਂ ਨੇ ਜਦੋਂ ਅਪਲਾਈ ਕੀਤਾ ਸੀ ਤਾਂ ਰਿਫਿਊਜ਼ਲ ਆ ਗਈ ਸੀ ਇਹ ਕਹਿ ਕੇ ਕਿ ਵਾਪਸ ਨਹੀਂ ਆਉਣਗੇ, ਤੇ ਹੁਣ ਉਹ ਕਹਿੰਦੇ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਤਾਂ ਕਿਸ ਬੇਸ ਦੇ ਉੱਤੇ ਉਸ ਨੂੰ ਬੁਲਾਇਆ ਜਾਵੇ? ਹਾਂਜੀ, ਉਹਨਾਂ ਕੋਲ ਕਈ ਆਪਸ਼ਨਸ ਹੈਗੀਆਂ ਜੀ। ਇੱਕ ਤਾਂ ਜਿਵੇਂ ਉਹਨਾਂ ਨੇ ਦੱਸਿਆ ਉਹਨਾਂ ਦੀ ਰਿਫਿਊਜ਼ਲ ਲੱਗ ਚੁੱਕੀ ਹੈ, ਪਹਿਲਾਂ ਉਹ ਦੇਖਣਾ ਪੈਣਾ ਵੀ ਉਹਦੇ ਵਾਸਤੇ ਉਦੋਂ ਰੀਜ਼ਨ ਕੀ ਉਹਨਾਂ ਨੇ ਦਿੱਤਾ ਸੀਗਾ। ਤੇ ਦੂਸਰਾ ਉਹਨਾਂ ਕੋਲ ਇਦਾਂ ਹੋ ਸਕਦਾ ਜਿਵੇਂ ਇਹਨਾਂ ਨੇ ਦੱਸਿਆ ਜੀਐਨਐਮ ਕੀਤੀ ਹੈਗੀ ਆ, ਜੀਐਨਐਮ ਤੱਕ ਉਹਨਾਂ ਦਾ ਇੱਕ ਐਕਸਪੀਰੀਅੰਸ ਦੇਖਣਾ ਪੈਣਾ ਹੈਗਾ ਜੀ। ਤੇ ਇਸ ਤੋਂ ਬਾਅਦ ਇੱਕ ਨਾ BC ਦੇ ਕਈ ਕਾਲਜਸ ਦੇ ਵਿੱਚ ਨਰਸਿੰਗ ਵਾਸਤੇ, ਪਾਰਟਿਕੂਲਰਲੀ ਨਰਸਿੰਗ ਜਿਹੜੇ ਇੰਡੀਵਿਜੂਅਲਸ ਆ ਉਹਨਾਂ ਵਾਸਤੇ ਬਹੁਤ ਸੋਹਣੇ ਪ੍ਰੋਗਰਾਮ ਹੈਗੇ ਆ ਜੀ। ਉਹਦੇ ਬੇਸਿਸ ਤੇ ਸਟੱਡੀ ਬੇਸ ਇੱਥੇ ਆ ਸਕਦੇ ਆ ਸਟੱਡੀ ਕਰਕੇ, ਕਿਉਂਕਿ ਉਹ ਜਿਹੜੇ BC ਦੇ ਕਈ ਕਾਲਜ ਆ ਉਹਨਾਂ ਦੇ ਡੈਮੋਗ੍ਰਾਫਿਕ ਇਦਾਂ ਹੈਗੇ ਆ ਵੀ ਜੇ ਤੁਸੀਂ ਉਸ ਥਾਂ ਤੋਂ ਆਪਦੀ ਪ੍ਰੋਗਰਾਮ ਕੰਪਲੀਟ ਕਰ ਲੈਂਦੇ ਹੋ ਤਾਂ ਕੋਈ ਵੀ ਤੁਸੀਂ ਜੌਬ ਕਰ ਲਓ, ਉਹਦੇ ਬੇਸਿਸ ਤੇ ਤੁਸੀਂ ਪਰਮਾਨੈਂਟ ਇਮੀਗ੍ਰੇਸ਼ਨ ਲੈ ਸਕਦੇ ਹੈਗੇ ਹੋ ਜੀ। ਤੇ ਇਸ ਤੋਂ ਬਿਨਾਂ ਇੱਕ ਹੋਰ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ BC ਦਾ ਪ੍ਰੋਗਰਾਮ ਹੈਗਾ, ਜਿਹਦੇ ਵਿੱਚ ਜੇ ਕਿ ਉਹ 2 ਸਾਲ ਦੀ ਕੋਈ ਮਾਸਟਰਸ ਡਿਗਰੀ ਵਗੈਰਾ ਕਰ ਲੈਂਦੇ ਆ ਜਾਂ ਇਦਾਂ ਦਾ ਪ੍ਰੋਗਰਾਮ ਲੈ ਲੈਂਦੇ ਆ ਤਾਂ ਬਿਨਾਂ ਕਿਸੇ ਕੰਮ ਤੋਂ ਵਰਕ ਪਰਮਿਟ ਅਪਲਾਈ ਤਾਂ ਉਹ ਕਰ ਸਕਦੇ ਆ, ਪਰ ਬਿਨਾਂ ਉਸ ਤੋਂ ਹੀ ਉਹਨਾਂ ਦੀ ਪਰਮਾਨੈਂਟ ਇਮੀਗ੍ਰੇਸ਼ਨ ਵਾਸਤੇ ਉਹ ਅਪਲਾਈ ਕਰ ਸਕਦੇ ਹੈਗੇ ਆ। ਤੇ ਇਹਦਾ ਵਾਸਤੇ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੋਣੀ ਹੈ। ਸਾਡੇ ਸਰੀ ਆਫਿਸ ਜਿਹੜਾ 6047580200 ਉਹਦੇ ਤੇ ਕਾਲ ਕਰ ਸਕਦੇ। ਬਿਲਕੁਲ, ਇੱਕ ਕਾਲਰ ਹੋ ਚੁੱਕੇ ਸਾਡੇ ਨਾਲ। ਹੈਲੋ ਜੀ, ਆਪਣੇ ਕਾਲਰ ਨੂੰ ਅਸੀਂ ਕਵਾਂਗੇ ਟੀਵੀ ਸਕਰੀਨ ਦੀ ਆਵਾਜ਼ ਨੂੰ ਬੰਦ ਕਰਕੇ ਸਿੱਧਾ ਸਾਡੇ ਨਾਲ ਡਾਇਰੈਕਟਲੀ ਫੋਨ ਤੇ ਗੱਲ ਕਰੋ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕਰਨ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜਲੰਧਰ ਤੋਂ ਬੋਲ ਰਿਹਾ, ਪੰਜਾਬ ਤੋਂ ਜੀ। ਜੀ ਸਰ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਕੁਐਸਚਨ ਸੀਗਾ ਜੀ, ਮੇਰੇ ਵਾਈਫ ਇੱਥੇ ਸਰੀ ਵਿੱਚ ਵਰਕ ਪਰਮਿਟ ਤੇ ਹੈ ਤੇ ਮੇਰੀ ਬੇਟੀ ਇੱਥੇ ਸਟੱਡੀ ਪਰਮਿਟ ਤੇ ਹੈ। ਮੇਰਾ ਕੁਐਸਚਨ ਸੀ, ਮੇਰਾ ਬੇਟਾ ਆਉਣਾ ਚਾਹੁੰਦਾ ਸੀ, ਉਹਦੀ ਏਜ 15 ਇਅਰਸ ਹੈ, ਮੈਂ ਤੇ ਮੇਰਾ ਬੇਟਾ ਇੰਡੀਆ ਹੈ। ਉਹ ਆਉਣਾ ਚਾਹੁੰਦਾ ਸੀ ਉੱਥੇ ਆਪਣੇ ਸਰੀ ਆਪਣੀ ਮੰਮਾ ਕੋਲ ਤੇ ਸਿਸਟਰ को आना चाहता थी कि वो आ सकता है विदाउट ऑथराइजेशन से आ सकता है ਇੱਥੇ? ਹਰਕਿਰਨ ਜੀ, ਤੁਹਾਨੂੰ ਸਵਾਲ ਆਥੋਰਾਈਜ਼ੇਸ਼ਨ ਸਪੈਸ਼ਲ ਲੈਣੀ ਪਏ? ਜੀ ਸਰ, 1 ਮਿੰਟ ਲਈ ਹੋਲਡ ਕਰਿਓ ਬਸ। ਹਰਕਿਰਨ ਜੀ, ਆਪਾਂ ਤੁਹਾਨੂੰ ਸਵਾਲ ਸਮਝ ਆ ਗਿਆ, ਟੀਵੀ ਸਕਰੀਨ ਤੇ ਆਨਸਰ ਦਈਏ। ਹਾਂਜੀ, ਆਪਾਂ ਇਹਨਾਂ ਤੋਂ ਪੁੱਛਣਾ ਵੀ ਇਹਨਾਂ ਦੇ ਬੇਟੇ ਕੋਲ ਵਿਜ਼ਟਰ ਵੀਜ਼ਾ ਹੈਗਾ, ਆਲਰੇਡੀ ਹੈਗਾ ਕਿ ਉਹਨਾਂ ਨੇ ਅਪਲਾਈ ਕਰਨਾ? ਤੁਹਾਡੇ ਬੇਟੇ ਕੋਲ ਵਿਜ਼ਟਰ ਵੀਜ਼ਾ ਹੈ ਜਾਂ ਅਜੇ ਅਪਲਾਈ ਕਰਨਾ ਹੈ? ਹਾਂਜੀ, ਉਹਦੇ ਕੋਲ ਵੀ ਹੈਗਾ, ਮੇਰੇ ਕੋਲ ਵੀ ਹੈਗਾ 5 ਸਾਲ ਦਾ। ਇੱਕ ਦੂਸਰਾ ਕੁਐਸਚਨ ਇਹ ਸੀਗਾ ਕਿ ਕਿਉਂਕਿ ਮੈਂ ਇੱਥੇ ਬਿਜ਼ਨਸ ਕਰਦਾ, ਉਹਦੇ ਸਕੂਲ ਬੰਦ ਨੇ, ਉਹ ਕਹਿੰਦਾ ਪਾਪਾ ਮਹੀਨੇ ਤੱਕ ਸਕੂਲ ਖੁੱਲ ਜਾਣੇ ਆ, ਫਿਰ ਮੈਂ ਜ਼ਿਆਦਾ ਬਿਜ਼ੀ ਹੋ ਜਾਣਾ, ਮੈਂ ਉਸ ਤੋਂ ਪਹਿਲਾਂ ਮਿਲ ਕੇ ਆ ਜਾਣਾ। ਦੂਸਰਾ ਕੁਐਸਚਨ ਇਹ ਸੀ, ਅਗਰ ਮੈਂ ਉਹਨੂੰ ਛੱਡਣ ਵਾਸਤੇ ਆਉਣਾ ਤੇ ਮੈਨੂੰ 14 ਦਿਨ ਵਾਸਤੇ ਕੁਆਰੰਟਾਈਨ ਹੋਣਾ ਜ਼ਰੂਰੀ ਹੈ, ਕੁਆਰੰਟਾਈਨ ਹੋਣਾ, ਜਾਂ ਮੈਂ ਉਹਨੂੰ ਛੱਡ ਕੇ ਜਲਦੀ ਵੀ ਆ ਸਕਦਾ, ਹਫਤੇ ਦੇ ਵਿੱਚ ਵਾਪਸ ਆ ਸਕਦਾ? ਜੀ ਹਰਕਿਰਨ ਜੀ, ਹੁਣ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ? ਨਹੀਂ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦੇ ਦਿੰਦੇ ਹਾਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਪਹਿਲਾਂ ਤਾਂ ਜਿਵੇਂ ਕੁਆਰੰਟਾਈਨ ਦਾ ਕੈਨੇਡਾ ਦੇ ਵਿੱਚ ਜੇ ਕਿਸੇ ਨੇ ਵੀ ਟਰੈਵਲ ਕਰਨਾ ਹੈਗਾ ਤੇ ਕੰਪੈਸ਼ਨੇਟ ਗਰਾਊਂਡ ਤੋਂ ਬਿਨਾ ਉਹਨੂੰ ਕੁਆਰੰਟਾਈਨ ਵਾਸਤੇ ਜਾਣਾ ਹੀ ਪੈਣਾ ਹੈਗਾ 14 ਡੇਜ਼ ਵਾਸਤੇ ਜਿਹੜਾ ਹੈਗਾ ਜੀ। ਜਿਵੇਂ ਇਹਨਾਂ ਨੇ ਦੱਸਿਆ ਹੈਗਾ ਜੀ ਵੀ ਇਹਨਾਂ ਦਾ ਜਿਹੜਾ ਹੈਗਾ ਬੇਟਾ ਹੈਗਾ ਤੇ ਇਹਨਾਂ ਨੇ ਉਹਦੇ ਕੋਲ ਆਲਰੇਡੀ ਵਿਜ਼ਟਰ ਵੀਜ਼ਾ ਹੈਗਾ ਤੇ ਇਹਨਾਂ ਦੀ ਜਿਹੜੀ ਫੈਮਿਲੀ ਹੈਗੀ ਆ ਉਹਨਾਂ ਕੋਲ ਵਰਕ ਪਰਮਿਟ ਹੈਗਾ ਇੱਥੇ,
ਉਹ ਵਰਕ ਪਰਮਿਟ ਤੇ ਉਹਨੂੰ ਆਉਣ ਵਾਸਤੇ ਆਥੋਰਾਈਜੇਸ਼ਨ ਤਾਂ ਲੈਣੀ ਪੈਣੀ ਹੈਗੀ ਆ ਜੀ। ਆਥੋਰਾਈਜੇਸ਼ਨ ਉਹਨਾਂ ਨੂੰ ਚਾਹੀਦੀ ਹੈਗੀ ਆ। ਤੇ ਬਾਕੀ ਦੂਸਰਾ ਹੈਗਾ ਪਰਪਸ, ਉਹਦਾ ਪਰਪਸ ਕੀ ਹੈਗਾ ਵੀ ਇਹ ਕਿੰਨੇ ਟਾਈਮ ਵਾਸਤੇ ਉਹਨੇ ਆਉਣਾ ਹੈਗਾ, ਤੇ ਉਹ ਸਾਰਾ ਉਹਨੂੰ ਪ੍ਰੋਸੈਸ ਤੇ ਗੋ ਥਰੂ ਹੋਣਾ ਪੈਣਾ ਹੈ। ਹਾਂਜੀ, ਕੰਪੈਸ਼ਨੇਟ ਗਰਾਊਂਡ ਦੇ ਉੱਤੇ ਮੈਂ ਉਹੀ ਦੱਸ ਰਿਹਾ ਸੀਗਾ ਵੀ ਕੰਪੈਸ਼ਨੇਟ ਗਰਾਊਂਡ ਦੀ ਹੀ ਇੱਕ ਹੈਗੀ ਆ ਜਿਹਦੇ ਬੇਸਿਸ ਤੇ ਤੁਹਾਨੂੰ ਕੁਆਰੰਟੀਨ ਤੋਂ ਵੀ ਐਗਜ਼ੈਂਪਟ ਹੋ ਜਾਣੇ ਹੈਗੇ ਆ ਤੁਸੀਂ। ਉਹਦੇ ਵਾਸਤੇ ਤੁਹਾਨੂੰ ਇੱਕ ਪ੍ਰੋਪਰ ਪਲਾਨ ਚਾਹੀਦਾ ਹੈਗਾ ਵੀ ਜਿਵੇਂ ਜਿਹੜੇ ਇੰਡੀਵਿਜੂਅਲ ਨੇ ਜਾਂ ਜਿਹੜੀ ਫੈਮਿਲੀ ਨੂੰ ਤੁਸੀਂ ਇੱਥੇ ਵਿਜ਼ਿਟ ਕਰਨ ਜਾਣਾ ਹੈਗਾ, ਉਹਨਾਂ ਤੋਂ ਤੁਹਾਨੂੰ ਸਾਰੀ ਪਰਮਿਸ਼ਨ ਪਹਿਲਾਂ ਉਹਨਾਂ ਦੇ ਸਾਰੇ ਡਾਕੂਮੈਂਟਸ ਤੁਹਾਨੂੰ ਚਾਹੀਦੇ ਆ। ਫਿਰ ਤੁਹਾਨੂੰ ਪਬਲਿਕ ਹੈਲਥ ਏਜੰਸੀ ਤੋਂ ਪਰਮਿਸ਼ਨ ਲੈਣੀ ਪੈਣੀ ਹੈਗੀ ਆ, ਤੇ ਉਹਦੇ ਬੇਸਿਸ ਤੇ ਤੁਸੀਂ ਜਿਹੜਾ ਹੈਗਾ ਵਿਜ਼ਿਟ ਦਾ ਤੁਹਾਨੂੰ ਦੱਸਣਾ ਪੈਣਾ ਹੈਗਾ ਵੀ ਤੁਸੀਂ ਕਿਹੜੀ ਸਾਈਟ ਤੇ ਜਾਣਾ ਤੇ ਕਿੰਨੀ ਦੇਰ ਇੱਥੇ ਰੁਕਣਾ ਹੈਗਾ ਜੀ। ਕੰਪੈਸ਼ਨੇਟ ਗਰਾਊਂਡ ਦੇ ਉੱਤੇ ਇਹਦੇ 'ਚ ਕੋਈ ਹੈ ਨਹੀਂ, ਇਹਦੇ ਵਿੱਚ ਕੋਈ ਵੀ ਉਹਦੇ ਬੇਸਿਸ ਤੇ ਆ ਸਕਦਾ ਹੈਗਾ ਜੀ ਕੰਪੈਸ਼ਨੇਟ ਗਰਾਊਂਡ ਤੇ ਵਿਜ਼ਿਟ ਕਰਨ ਨੂੰ, ਜਿਹਨੂੰ ਕੋਈ ਵੀ ਇਮੋਸ਼ਨਲੀ ਜਿਹੜਾ ਕੋਈ ਸਪੋਰਟ ਕਰ ਸਕਦਾ ਹੈਗਾ ਇੰਡੀਵਿਜੂਅਲ ਦੀ। ਤੇ ਇਸ ਤੋਂ ਬਿਨਾਂ ਜਿਹੜੇ ਐਕਸਟੈਂਡਡ ਫੈਮਿਲੀ ਮੈਂਬਰ ਹੈਗੇ ਆ ਜੀ, ਉਹਦੇ ਵਾਸਤੇ ਉਹਨਾਂ ਨੇ ਜਿਨ੍ਹਾਂ ਨੇ ਆਉਣਾ ਹੈਗਾ ਇੱਥੇ, ਉਹਨਾਂ ਵਾਸਤੇ ਮੇਨਲੀ ਉਹਨਾਂ ਨੂੰ ਚਾਹੀਦਾ ਹੈਗਾ ਇੱਕ ਤਾਂ ਵੀ ਪਹਿਲਾਂ ਜਾਂ ਤਾਂ ਉਹ ਐਗਜ਼ੈਂਪਟ ਹੋਣ, ਵੀਜ਼ਾ ਐਗਜ਼ੈਂਪਟ ਹੋਣ। ਜੇ ਦੂਸਰਾ ਹੈਗਾ ਤਾਂ ਉਹਨਾਂ ਕੋਲ ਵੀਜ਼ਾ ਹੋਣਾ ਚਾਹੀਦਾ ਹੈਗਾ। ਤੇ ਕਈ ਏਦਾਂ ਹੈਗੀ ਆ, ਕਈ ਜਿਵੇਂ ਪ੍ਰਾਇੋਰਟੀ ਬੇਸਿਸ ਤੇ ਵੀ ਜੇ ਤੁਸੀਂ ਆਪਦਾ ਰੀਜ਼ਨ ਜਸਟੀਫਾਈ ਕਰਦੇ ਹੋ ਵੀ ਤੁਹਾਨੂੰ, ਜੇ ਤੁਸੀਂ ਐਕਸਟੈਂਡਡ ਫੈਮਿਲੀ ਮੈਂਬਰ ਹੋ, ਤੁਸੀਂ ਕਿਉਂ ਟਰੈਵਲ ਕਰਨਾ ਹੈਗਾ, ਤਾਂ ਤੁਹਾਡੀ ਐਪਲੀਕੇਸ਼ਨ ਨੂੰ ਪ੍ਰਾਇੋਰਟੀ ਦਿੱਤੀ ਜਾਊਗੀ। ਪਰ ਉਹਦੇ ਵਾਸਤੇ ਤੁਹਾਨੂੰ ਆਥੋਰਾਈਜੇਸ਼ਨ ਇਹਦੇ ਵਿੱਚ ਚਾਹੀਦੀ ਹੈਗੀ ਆ ਜੀ। ਤੁਹਾਨੂੰ ਰਿਟਨ ਆਥੋਰਾਈਜੇਸ਼ਨ ਚਾਹੀਦੀ ਆ। ਉਹ ਤੁਹਾਡੇ ਜਿਹਨੇ ਇੱਥੋਂ ਤੁਹਾਨੂੰ ਬੁਲਾਉਣਾ ਹੈਗਾ ਉਹਦੇ ਵੱਲ ਉਹਨੂੰ ਤੇ ਤੁਹਾਨੂੰ ਦੋਨਾਂ ਨੂੰ ਇੱਕ ਡੈਕਲੇਰੇਸ਼ਨ ਫਾਰਮ ਸਾਈਨ ਕਰਨੇ ਪੈਣੇ ਹੈਗੇ ਆ, ਜਿਹੜੇ ਕਿ 1M006 ਹੈਗਾ ਜੀ। ਉਸ ਤੋਂ ਬਾਅਦ ਹੀ ਤੁਸੀਂ ਇੱਥੇ ਟਰੈਵਲ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਰਿਟਨ ਆਥੋਰਾਈਜੇਸ਼ਨ ਹੋ ਜਾਂਦੀ ਹੈਗੀ ਆ। ਤੇ ਇਸ ਤੋਂ ਜੀ ਸਰ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਆਥੋਰਾਈਜੇਸ਼ਨ ਲੈਟਰ ਲੈਣਾ ਜ਼ਰੂਰੀ ਹੈ, ਤਾਂ ਮਤਲਬ ਇਹ ਕਿ ਸਿਰਫ ਐਮਰਜੈਂਸੀ ਕੰਡੀਸ਼ਨਸ ਦੇ ਵਿੱਚ ਹੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਬਹੁਤੀ ਵਾਰੀ ਕਾਲਰ ਸਾਨੂੰ ਕਾਲ ਕਰਕੇ ਇਹ ਪੁੱਛਦੇ ਆ ਕਿ ਕੋਲ ਵਿਜ਼ਟਰ ਵੀਜ਼ਾ ਹੈਗਾ, ਅਸੀਂ ਇੱਥੇ ਵਿਜ਼ਿਟ ਕਰ ਸਕਦੇ ਹਾਂ। ਹਾਂਜੀ, ਉਹ ਕਾਲਜ ਤੇ ਡਿਪੈਂਡ ਕਰਦਾ ਜੀ ਵੀ ਜੇ ਉਹਨਾਂ ਦੇ ਇੱਥੇ ਬ੍ਰਦਰ ਸਿਸਟਰ ਹੈਗੇ ਆ ਜੀ, ਫੈਮਿਲੀ ਹੈਗੀ ਆ, ਤਾਂ ਉਹਨਾਂ ਦਾ ਰੀਜ਼ਨ ਕੀ ਆ, ਪਰਪਸ ਆਫ ਵਿਜ਼ਿਟ ਕੀ ਹੈਗਾ, ਫਿਰ ਉਹ ਐਕਸਟੈਂਡਡ ਫੈਮਿਲੀ ਮੈਂਬਰ ਉਹਦੇ ਤੇ ਕਰ ਸਕਦੇ ਹੈਗੇ ਆ ਜੀ। ਠੀਕ ਆ ਜੀ। ਜੇ ਕੋਈ ਕਿਸੇ ਕੋਲ ਵਿਜ਼ਟਰ ਵੀਜ਼ਾ ਹੈਗਾ, ਉਹਨੇ ਵੈਸੇ ਹੀ ਕੈਨੇਡਾ ਆਉਣਾ ਹੈਗਾ, ਜਾਂ ਵੀ ਨੌਨ ਆਪਸ਼ਨਲ ਜਿਹੜੀ ਹੈਗੀ ਆ ਉਹਦੇ ਕਰਕੇ ਆਉਣਾ, ਉਹ ਨਹੀਂ ਕੰਸੀਡਰ ਕੀਤੇ ਜਾਣੇ ਹੈਗੇ ਜੀ। ਹਾਂਜੀ, ਤੇ ਇਹਦੇ ਵਿੱਚ ਜਿਹੜੇ ਕੰਪੈਸ਼ਨੇਟ ਗਰਾਊਂਡ ਤੇ ਹੈਗੇ ਆ ਜੀ, ਕੰਪੈਸ਼ਨੇਟ ਗਰਾਊਂਡ ਤਾਂ ਟੋਟਲੀ ਡਿਫਰੈਂਟ ਹੈਗਾ ਜੀ। ਉਹ ਕੰਪੈਸ਼ਨੇਟ ਬੇਸਿਸ ਤੇ ਉਹ ਟਰੈਵਲ ਕਰ ਸਕਦੇ ਹੈਗੇ ਆ ਵਿਦ ਪ੍ਰੋਪਰ ਜਿਹੜੀ ਪਰਮਿਸ਼ਨ ਆ, ਤੇ ਉਹ ਟਰੈਵਲ ਰਿਸਟ੍ਰਿਕਸ਼ਨਸ ਤੋਂ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਊਗਾ। ਤੇ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਸਰ, ਪ੍ਰੋਗਰਾਮਸ ਦੀ ਅਲੱਗ-ਅਲੱਗ ਤਾਂ ਗੱਲਬਾਤ ਕਰ ਹੀ ਰਹੇ ਹਾਂ। ਇੱਥੇ ਮੈਂ ਕੁਝ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਵਿੱਚ ਜਿਹੜੇ ਸਭ ਤੋਂ ਵੱਧ ਸਵਾਲ ਆ ਰਿਹਾ ਇਨਕਮ ਨੂੰ ਲੈ ਕੇ, ਉਹ ਜ਼ਰੂਰ ਦੱਸਿਓ ਕਿ ਇਹਦੇ ਵਿੱਚ ਜਿਹੜੀ ਆ ਇਨਕਮ ਦੇ ਦੌਰਾਨ ਕੀ ਤੁਸੀਂ ਸਿੰਗਲ ਵੀ ਆਪਣੀ ਇਨਕਮ ਸ਼ੋ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਕੋ ਸਾਈਨਰ ਵੀ ਬਣ ਸਕਦਾ ਹੈ ਇਸ ਵਿੱਚ। ਜੇ ਕੋ ਸਾਈਨਰ ਬਣ ਸਕਦਾ ਤਾਂ ਕੌਣ ਬਣ ਸਕਦਾ? ਕੀ ਸਿਰਫ ਸਪਾਊਸ ਹੀ ਬਣ ਸਕਦਾ ਜਾਂ ਭੈਣ? ਹਾਂਜੀ, ਜਿਹੜੇ ਹੁਣ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਵਿੱਚ ਹੈਗਾ, ਇਹਦੇ ਵਿੱਚ ਇਨਕਮ ਨੂੰ ਇੱਕ ਕਾਫੀ ਸਿਗਨੀਫੀਕੈਂਟ ਕ੍ਰਾਈਟੇਰੀਆ ਦਿੱਤਾ ਗਿਆ ਹੈਗਾ ਜੀ। ਇਹਦੇ ਵਿੱਚ ਜਦੋਂ ਵੀ ਤੁਸੀਂ ਸਪਾਂਸਰ ਕਰਨਾ ਹੈਗਾ, ਇੱਕ ਸਰਟਨ ਕ੍ਰਾਈਟੇਰੀਆ ਤੁਹਾਨੂੰ ਮੀਟ ਕਰਨਾ ਪੈਂਦਾ, ਜਿਹਦੇ ਕਿ ਇੱਕ ਫੈਮਿਲੀ ਹਾਊਸ ਹੋਲਡ ਇਨਕਮ ਕੰਸੀਡਰ ਕੀਤੀ ਜਾਂਦੀ ਹੈਗੀ ਆ ਜੀ। ਤੇ ਉਹ ਇਨਕਮ ਤੁਹਾਡੀ ਜਾਂ ਤੁਹਾਡੇ ਵਾਈਫ ਜਾਂ ਹਸਬੈਂਡ ਜਾਂ ਸਪਾਊਸ ਦੀ ਇਨਕਮ ਹੀ ਕੰਸੀਡਰ ਕੀਤੀ ਜਾਂਦੀ ਹੈਗੀ ਆ ਜੀ। ਇਹਦੇ ਵਿੱਚ ਕਈ ਤਰ੍ਹਾਂ ਦੇ ਸਿਨੈਰੀਓਜ਼ ਆ ਜਾਂਦੇ ਹੈਗੇ ਆ। ਸਪੋਜ਼ ਕਰੋ ਜੇ ਕੋਈ ਪਿਛਲੇ 3 ਸਾਲ ਦੀ ਇਨਕਮ ਮੀਟ ਕਰਨੀ ਹੈਗੀ ਆ, ਜੇ ਇੱਕ ਫੈਮਿਲੀ ਦੇ ਵਿੱਚ ਨੈਕਸਟ ਈਅਰ ਕੋਈ ਬੇਬੀ ਬੋਰਨ ਹੋਇਆ ਹੈਗਾ, ਤਾਂ ਉਹਦੇ ਵਿੱਚ ਡਿਪੈਂਡ ਕਰਦਾ ਹੈਗਾ ਵੀ ਜਿਵੇਂ ਉਹਨੇ 2018 ਦੀ ਜਿਹੜੀ ਇਨਕਮ ਹੈਗੀ ਆ ਤੇ ਉਹ 2 ਜਣਿਆਂ ਨੂੰ ਸਪਾਂਸਰ ਕਰਦਾ ਹੈਗਾ, ਤਾਂ 2018 ਦੀ ਜੇ ਉਹਨਾਂ ਦੀ ਇਨਕਮ ਤੇ 4 ਜਣੇ ਦੀ ਕੰਸੀਡਰ ਕੀਤੀ ਜਾਂਦੀ, ਜਦੋਂ ਕਿ ਬੇਬੀ ਜਦੋਂ ਬੋਰਨ ਹੋਇਆ 2019 ਦੇ ਵਿੱਚ, ਉਦੋਂ 5 ਸਾਲ ਦੇ ਜਾਣਿਆਂ ਦੀ ਇਨਕਮ ਕੰਸੀਡਰ ਕੀਤੀ ਜਾਊਗੀ। ਤੇ ਇਹਦੇ ਵਿੱਚ ਜਿਹੜੀ ਇੱਕ ਹੋਰ ਹੈਗੀ ਆ ਜੀ, ਜਿਵੇਂ ਬ੍ਰਦਰ ਸਿਸਟਰ, ਇਹਨਾਂ ਦੀ ਇਨਕਮ ਨਹੀਂ ਕੰਸੀਡਰ ਕੀਤੀ ਜਾਣੀ ਹੈਗੀ। ਤੇ ਪਰ ਇੱਕ ਹੋਰ ਹੈਗਾ ਜਿਹੜਾ ਇੰਟਰਸਟ ਟੂ ਸਪਾਂਸਰ ਫਾਰਮ ਹੈਗਾ, ਉਹ ਇੱਕ ਇੰਡੀਵਿਜੂਅਲ ਵਾਸਤੇ, ਇੱਕ ਪੇਰੈਂਟਸ ਵਾਸਤੇ ਅਲੱਗ-ਅਲੱਗ ਬ੍ਰਦਰ ਸਿਸਟਰ
ਜਾਂ ਦੋ ਬ੍ਰਦਰ ਇਦਾਂ ਅਲੱਗ-ਅਲੱਗ ਉਹ ਸਪਾਂਸਰ ਕਰ ਸਕਦੇ ਹੈਗੇ ਆ, ਪਰ ਉਹਨਾਂ ਦੀ ਇਨਕਮ ਇਹਦੇ ਵਿੱਚ ਕਲੱਬ ਨਹੀਂ ਕੀਤੀ ਜਾਣੀ ਹੈਗੀ। ਜਿਵੇਂ ਤੇ ਤੁਸੀਂ ਇਹਦੇ ਵਿੱਚ ਤੁਸੀਂ ਇਨਕਮ ਦੀ, ਸੌਰੀ ਮੈਂ ਇੱਥੇ ਤੁਹਾਨੂੰ ਟੋਕ ਰਹੀ ਹਾਂ, ਇਨਕਮ ਦੀ ਗੱਲ ਕਰ ਰਹੀ ਹਾਂ। ਜਿਵੇਂ ਇੱਕ ਫੈਮਿਲੀ ਮੈਂਬਰ ਹੈ, ਉਹਦੇ ਵਿੱਚ ਸਪਾਊਸ ਹੈ ਤੇ ਉਹਨਾਂ ਦੇ 2 ਬੱਚੇ ਨੇ। ਸਪਾਊਸ ਦੇ ਵਿੱਚ ਹਸਬੈਂਡ ਵੀ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹ ਰਿਹਾ ਤੇ ਉਧਰੋਂ ਵਾਈਫ ਵੀ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹ ਰਹੀ ਹੈ, ਤੇ ਇਹਨਾਂ ਨੂੰ ਕਲੱਬ 4 ਜਣਿਆਂ ਦੀ ਇਨਕਮ ਦਿਖਾਉਣੀ ਪੈਣੀ ਹੈ ਜਾਂ ਫਿਰ 6 ਜਣਿਆਂ ਦੀ ਇਨਕਮ ਦਿਖਾਉਣੀ ਪੈਣੀ ਹੈ? ਇਹਨਾਂ ਨੂੰ ਜੇ ਫੈਮਿਲੀ ਸਾਈਜ਼ 4 ਜਾਣੇ ਦਾ ਹੈਗਾ ਤਾਂ ਇਹਨਾਂ ਨੂੰ ਇਹ ਇਨਕਮ ਜਿਹੜੀ ਦਿਖਾਉਣੀ ਪੈਣੀ ਹੈ। ਜੇ ਦੋਨੋਂ ਆਪਦੇ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੈਗੇ ਆ ਤਾਂ 2-2 ਜਾਣੀ ਕਿ 4 ਹੋਰ ਇੰਡੀਵਿਜੂਅਲਸ ਦੀ ਇਹਨਾਂ ਨੂੰ ਇਨਕਮ ਦਿਖਾਉਣੀ ਪੈਣੀ ਹੈਗੀ ਹੈ ਜੀ, ਪਿਛਲੇ 3 ਸਾਲ ਦੀ। ਇਨਕਮ ਦੇ ਦੌਰਾਨ ਸਰਕਾਰ ਨੇ ਇਸ ਵਾਰੀ ਕੁਝ ਰਿਲੈਕਸੇਸ਼ਨ ਦੀ ਵੀ ਗੱਲ ਆਖੀ ਹੈ ਕਿ ਕੁਝ ਛੋੜ ਦਿੱਤੀ ਗਈ ਹੈ ਇਨਕਮ ਦੇ ਵਿੱਚ। ਹਾਂਜੀ, ਇਸ ਵਾਰੀ ਇਹਨਾਂ ਨੇ ਇਦਾਂ ਕੀਤਾ ਹੈਗਾ, ਕੋਵਿਡ ਕਰਕੇ ਕਾਫੀ ਜੌਬ ਲਾਸ ਹੋਇਆ ਹੈਗਾ ਜੀ, ਜਾਂ ਲੇ ਆਫ ਮਿਲੀਆਂ ਹੈਗੀਆਂ, ਤਾਂ ਉਹਦੇ ਕਰਕੇ ਜਿਹੜੀ ਇਨਕਮ ਐਗਜ਼ੈਂਪਸ਼ਨ ਦਿੱਤੀ ਗਈ ਹੈ 2020 ਵਾਸਤੇ ਇਨਕਮ ਦੀ ਐਗਜ਼ੈਂਪਸ਼ਨ ਦਿੱਤੀ ਗਈ ਹੈਗੀ ਆ। ਕਿਉਂਕਿ ਆਮ ਇਦਾਂ ਹੁੰਦਾ ਹੈਗਾ ਸੀਗਾ ਜੀ, ਜਿਹੜੀ ਇਨਕਮ ਹੈਗੀ ਆ ਜਦੋਂ ਤੁਹਾਡੀ ਲਾਈਕੋ ਹੁੰਦੀ ਆ ਹੈਗੀ ਆ, ਜਿਹੜੀ ਲਾਈਕੋ ਦੇ ਵਿੱਚ 30% ਇਨਕਮ ਨੂੰ ਪਾਇਆ ਜਾਂਦਾ ਹੈਗਾ, ਕਿਉਂਕਿ ਉਹਦੇ 'ਚ ਇਹ ਦੇਖਿਆ ਜਾਂਦਾ ਕੋਈ ਵੀ ਇੰਡੀਵਿਜੂਅਲ ਜਿਹੜਾ ਹੈਗਾ, ਜਿਹੜੀ ਲਾਈਕੋ ਹੁੰਦੀ ਆ ਲੋ ਇਨਕਮ ਕੱਟ ਆਫ, ਜਿਹੜੀ ਲੋ ਇਨਕਮ ਕੱਟ ਆਫ ਉਹ ਹੁੰਦੀ ਆ ਵੀ ਉਹ ਇੱਕ ਲਾਈਨ ਹੈਗੀ ਆ ਵੀ ਜਿਹਦੇ ਅੰਡਰ ਤੁਸੀਂ ਮਤਲਬ ਸਰਵਾਈਵ ਕਰ ਸਕਦੇ ਹੋ। ਇੱਕ ਉਹ ਡੈਮੋਗ੍ਰਾਫਿਕ 'ਚ ਰਹਿਣ ਨੂੰ ਤੁਹਾਨੂੰ ਕਿੰਨੀ ਇਨਕਮ ਚਾਹੀਦੀ ਹੈਗੀ ਆ ਜੀ, ਤੇ ਉਹਦੇ ਕਰਕੇ ਉਹਦੇ 'ਚ 30 ਜਦੋਂ ਤੁਸੀਂ ਕਿਸੇ ਹੋਰ ਨੂੰ ਸਪਾਂਸਰ ਕਰਨਾ ਹੁੰਦਾ ਤਾਂ 30% ਇਨਕਮ ਹੋਰ ਪਾਈ ਜਾਂਦੀ ਹੈਗੀ ਆ ਜੀ। ਤੇ ਇਹਨਾਂ ਨੇ ਹੁਣ 2020 ਦੇ ਵਿੱਚ ਇਹ ਇਦਾਂ ਕੀਤਾ ਹੈਗਾ ਵੀ ਲਾਈਕੋ ਹੀ ਕੰਸੀਡਰ ਕੀਤੀ ਜਾਊਗੀ, ਉਹਦੇ ਵਿੱਚ 30% ਇਨਕਮ ਨਹੀਂ ਮਰਜ ਕੀਤੀ ਗਈ ਜੀ, ਜਿਸ ਨਾਲ ਇਹ ਫਰਕ ਪੈ ਗਿਆ ਹੈਗਾ। ਜਿਹੜੀ ਕਿ ਫੈਮਿਲੀ ਜਿਹੜਾ ਅੱਗੇ ਇਹਨਾਂ ਨੂੰ 79,000 ਦੀ ਕਰਨੀ ਪੈਂਦੀ ਸੀ, ਉਹ ਅਰਾਊਂਡ 62,000 ਦੀ ਇਨਕਮ ਨਾਲ ਹੀ ਕੁਆਲੀਫਾਈ ਕਰ ਸਕਦੇ ਹੈਗੇ ਆ, ਤੇ ਉਹ ਫਿਊਚਰ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਇਹ ਕੰਸੀਡਰ ਕੀਤਾ ਜਾਊਗਾ ਜਦ ਤੱਕ ਉਹ ਐਪਲੀਕੇਸ਼ਨ ਤੇ ਡਿਸੀਜਨ ਨਹੀਂ ਹੁੰਦਾ ਜਾਂ ਮਿਨਿਸਟਰ ਵੱਲੋਂ ਕੋਈ ਇਨਸਟਰਕਸ਼ਨਸ ਨਹੀਂ ਆਉਂਦੀਆਂ ਹੈਗੀਆਂ ਉਹਨੂੰ ਰਿਵੋਕ ਕਰਨ ਦੀ। ਜੀ ਬਿਲਕੁਲ। ਤੇ ਇਸ ਵਾਰ ਚਾਹੇ ਕੋਟਾ 10,000 ਐਪਲੀਕੇਸ਼ਨਸ ਆ, ਪਰ 2021 ਦੀ ਵੀ ਨਾਲ ਹੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ 30,000 ਐਪਲੀਕੇਸ਼ਨ ਜਿਹੜੀਆਂ ਨੇ ਸਰਕਾਰ ਲੈਣ ਲਈ ਇਸ ਵਾਰ ਤਿਆਰ ਹੈ। ਹਾਂਜੀ, 10,000 ਐਪਲੀਕੇਸ਼ਨਸ ਇਸ ਸਾਲ ਕੰਸੀਡਰ ਕੀਤੀਆਂ ਜਾਣਗੀਆਂ। ਇਹਦੇ ਵਿੱਚ 30,000 ਨੈਕਸਟ 2021 ਦੀ ਇਨਟੇਕ ਦੇ ਵਿੱਚ ਲਈਆਂ ਜਾਣ। ਇਹਦੇ ਵਿੱਚ ਮੈਂ ਹੋਰ ਵੀ ਦੱਸਣਾ, ਮਿਨਿਸਟਰ ਇਨਸਟਰਕਸ਼ਨਸ ਦੇ ਵਿੱਚ ਦੱਸਿਆ ਗਿਆ ਹੈ, ਕਿਉਂਕਿ ਲੋਕਾਂ ਨੂੰ ਕਾਫੀ ਕੰਪਲੇਂਟ ਕਈ ਵਾਰ ਕੀਤੀ ਗਈ ਆ ਵੀ ਉਹ ਕਿੰਨੀ ਦੇਰ ਤੋਂ ਅਪਲਾਈ ਕਰਦੇ ਸੀ ਪਰ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਬਿਲਕੁਲ, ਇਹਦੇ ਬਾਰੇ ਫਿਰ ਗੱਲ ਕਰਾਂਗੇ। ਕੰਸੀਡਰ ਨਹੀਂ ਕੀਤਾ ਜਾਂਦਾ, ਬਹੁਤਿਆਂ ਦੀ ਇਹ ਸ਼ਿਕਾਇਤ ਰਹੀ ਹੈ, ਪਰ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਹਾਂ ਬੇਟੇ। ਪੁੱਛਣਾ ਸੀ ਤਾਂ ਨਾ ਵੀ ਆਪਣੀ ਵੀ ਬੇਟਾ ਇੰਡੀਆ ਦਾ ਦੋਤਾ ਉਹ ਨੈਲਿਟੀ ਹੁਣ ਕੀਤੀ ਹੈ, ਤੇ ਉਹ ਆਪਣੇ ਕਿੰਨੇ ਨੰਬਰ ਚਾਹੀਦੇ ਸੀਗੇ ਉਹਨੂੰ, ਤੇ ਇੱਥੇ ਮਤਲਬ ਵੀ ਕਿੰਨੀ ਕੁ ਫੀਸ ਰੱਖਣੀ ਪੈਂਦੀ ਆ? ਜੀ, ਸਟੱਡੀ ਬੇਸ ਤੇ ਤੁਹਾਡਾ ਤੁਸੀਂ ਦੱਸ ਰਹੇ ਹੋ ਕਿ ਪੋਤਾ ਆਉਣਾ ਚਾਹੁੰਦਾ ਆ, ਆਇਲਸ ਵਿੱਚ ਕਿੰਨੇ ਬੈਂਡ ਚਾਹੀਦੇ ਆ ਉਹਨਾਂ ਨੂੰ ਤੇ ਕਿੰਨੀ ਇਨਕਮ ਸ਼ੋ ਕਰਨੀ ਪੈਣੀ ਹੈ, ਫੀਸ ਕਿੰਨੀ ਹੋਈ? ਹਾਂਜੀ, ਇੱਥੇ ਫੀਸ ਮਤਲਬ ਸਕੂਲ ਤੋਂ ਜਾਂ ਲੈਟਰ ਲੈਣਾ ਪਊ ਜਾਂ ਕੀ ਮਤਲਬ ਸਾਰਾ ਇਨਫੋਰਮੇਸ਼ਨ? ਉਹਨਾਂ ਨੇ ਜੀ, ਉਹਨਾਂ ਦੀ ਆਲਰੇਡੀ ਲੱਗ ਗਿਆ ਸਟੂਡੈਂਟ ਵੀਜ਼ਾ ਜਾਂ ਹਜੇ ਲੱਗਣਾ ਆ? ਇਹਨੂੰ ਹੀ ਹਜੇ ਲੱਗਣਾ ਆ। ਉਹਨਾਂ ਦੀ ਕੀ ਕੀਤਾ ਕੀ ਹੋਇਆ ਜੀ ਉਹਨਾਂ ਨੇ ਪਿੱਛੇ ਇੰਡੀਆ 'ਚ? ਹਾਂਜੀ, 12 ਵਗਰ ਕੇ ਐਲਟ ਕਰ ਲਈ ਆ। ਐਲਟ ਕਰਦਾ ਸੀ। ਹਾਂਜੀ, ਵਿੱਚ ਕਿੰਨੇ ਨੰਬਰ ਚਾਹੀਦੇ ਆ? ਜੀ ਹਰਕਿਰਨ ਜੀ, ਆਪਾਂ ਟੀਵੀ ਸਕਰੀਨ ਤੇ ਆਂਸਰ ਦਈਏ ਜਾਂ ਕੁਝ ਪੁੱਛਣਾ ਹੈ? ਨਹੀਂ, ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਜਿਵੇਂ ਇਹਨਾਂ ਨੇ ਦੱਸਿਆ ਹੈਗਾ ਵੀ ਉਹ ਸਟੱਡੀ ਪਰਮਿਟ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੈਗੇ ਆ। ਸਟੱਡੀ ਪਰਮਿਟ ਵਾਸਤੇ ਡਿਫਰੈਂਟ ਸਟਰੀਮਸ ਆ ਜੀ। ਬੈਸਟ ਇਹਨਾਂ ਵਾਸਤੇ ਆ ਸਟੂਡੈਂਟ ਡਾਇਰੈਕਟ ਸਟਰੀਮ ਹੈਗੀ ਆ ਜੀ, ਜਿਹਦੇ ਵਿੱਚ ਉਹਨੂੰ ਆਈਲੈਟਸ ਦੇ ਵਿੱਚ 6 ਈਚ ਚਾਹੀਦਾ ਹੈਗਾ, ਤੇ ਉਹਨੂੰ 1 ਸਾਲ ਦੀ ਜੇ ਉਹ ਫੀਸ ਪੇ ਕਰ ਦਿੰਦਾ ਹੈਗਾ ਪੂਰੀ, ਜਿਹੜੀ ਕਿ 15 to 17,000 ਹੋ ਜਾਂਦੀ ਹੈਗੀ ਆ ਜੀ। ਤਾਂ ਉਹਦੇ ਬੇਸ ਤੇ ਉਹਦੀ ਪ੍ਰੋਸੈਸਿੰਗ ਕਾਫੀ ਫਾਸਟ ਹੋ ਜਾਊਗੀ, ਤੇ ਉਹਦੇ ਤੇ ਇਹਨਾਂ ਨੂੰ ਨਾਲ ਹੀ 10,200 ਵਾਸਤੇ GIC ਅਕਾਊਂਟ ਦੇ ਵਿੱਚ ਪਾਉਣੇ ਪੈਣੇ ਹੈਗੇ ਆ ਜੀ ਪੈਸੇ। ਤਾਂ ਉਹਦੇ ਵਿੱਚ ਹੋ ਸਕਦੀ ਆ, ਪਰ ਜੇ ਇਹਨਾਂ ਦੇ ਆਈਲੈਟਸ ਦੇ ਵਿੱਚੋਂ ਸਕੋਰ ਘੱਟ ਰਹਿੰਦਾ ਹੈਗਾ, 6 ਤੋਂ ਘੱਟ ਰਹਿੰਦਾ ਹੈਗਾ, ਜਾਂ ਇਹਨਾਂ ਨੇ 1 ਸਮੈਸਟਰ ਦੀ ਫੀਸ ਹੀ ਦੇਣੀ ਚਾਹੁੰਦੇ ਆ ਸਾਲ ਦੀ ਨਹੀਂ, ਤਾਂ ਉਹਦੀ ਪ੍ਰੋਸੈਸਿੰਗ ਡਿਫਰੈਂਟ ਹੋਊਗੀ। ਜੀ,
ਬਿਲਕੁਲ। ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਰਹੇ ਸੀ ਸਰ, ਤੁਸੀਂ ਦੱਸ ਰਹੇ ਸੀ ਕਿ ਜਿਨ੍ਹਾਂ ਦੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਪ੍ਰੋਗਰਾਮ ਦੇ ਤਹਿਤ ਕਈਆਂ ਨੇ ਇਹ ਕੰਪਲੇਂਟ ਕੀਤੀ ਹੈ ਕਿ ਉਹਨਾਂ ਦੀ ਕੰਸੀਡਰਸ ਨਹੀਂ ਹੋਈਆਂ ਐਪਲੀਕੇਸ਼ਨ, ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ। ਹਾਂਜੀ, ਇਹਦੇ ਵਾਸਤੇ ਇੱਕ ਮਿਨਿਸਟਰ ਇਨਸਟਰਕਸ਼ਨਸ ਦੇ ਵਿੱਚ ਦਿੱਤਾ ਗਿਆ ਹੈਗਾ ਜੀ। ਉਹਨਾਂ ਨੇ ਇਹ ਕਿਹਾ ਹੈਗਾ ਵੀ ਜੇ ਤੁਸੀਂ 10,000 ਐਪਲੀਕੇਸ਼ਨਸ ਦੇ ਵਿੱਚ ਆਪਦਾ ਨਾਮ ਪਾਉਣੇ ਹੋ, ਬਾਈ ਚਾਂਸ ਡਰਾਅ ਦੇ ਵਿੱਚ ਤੁਹਾਡਾ ਨਾਮ ਨਹੀਂ ਆਉਂਦਾ ਹੈਗਾ, ਤਾਂ ਇਟ ਮੇ ਬੀ ਕੰਸੀਡਰ ਵੀ ਤੁਹਾਡਾ ਨੈਕਸਟ ਜਦੋਂ 30,000 ਦਾ ਆਉਣਾ ਹੈਗਾ ਉਹਦੇ ਵਿੱਚ ਕੰਸੀਡਰ ਕਰਨ ਬਾਰੇ ਉਹ ਸੋਚ ਰਹੇ ਹੈਗੇ ਆ। ਇਹਦੇ ਵਾਸਤੇ ਫਰਦਰ ਜਿਹੜੀਆਂ ਗਾਈਡਲਾਈਨਸ ਆਉਣਗੀਆਂ ਤੇ ਇਹਦੇ ਵਿੱਚ ਜੇ ਕਿਸੇ ਦਾ ਹੁਣ ਚਾਂਸ ਨਹੀਂ ਬਣਦਾ ਹੈਗਾ ਜਾਂ ਬਾਈ ਚਾਂਸ ਉਹਨੂੰ ਇਨਵੀਟੇਸ਼ਨ ਨਹੀਂ ਆਉਂਦਾ ਹੈਗਾ ਤਾਂ ਫਰਦਰ ਚਾਂਸਿਸ ਆ ਵੀ ਉਹਨੂੰ ਅਗਲੇ ਡਰਾਅ ਦੇ ਵਿੱਚ ਕੰਸੀਡਰ ਕੀਤਾ ਜਾਵੇ। ਜੀ ਬਿਲਕੁਲ। ਤੇ ਇਸ ਵਕਤ ਜਿਵੇਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਗੱਲ ਹੋ ਰਹੀ ਸੀ, ਕਾਫੀ ਐਪਲੀਕੇਸ਼ਨਸ ਵੀ ਲੱਗ ਰਹੀਆਂ ਨੇ, ਇਸ ਬਾਰੇ ਵਿੱਚ ਆਪਾਂ ਨੂੰ ਕਾਫੀ ਕੁਆਰੀਜ਼ ਵੀ ਅੱਗੇ ਆਉਂਦੀਆਂ ਰਹੀਆਂ ਨੇ। ਸੋ ਜੇ ਮੈਂ ਅਗਲੇ ਟੌਪਿਕ ਤੇ ਪਹੁੰਚਿਆ ਸਰ, ਐਲਬਰਟਾ ਨੋਮਿਨੀ ਪ੍ਰੋਗਰਾਮ ਦੇ ਬਾਰੇ ਵਿੱਚ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਬਲਵੰਤ, ਮੈਂ ਵਿਨੀਪੈਗ ਤੋਂ ਬੋਲ ਰਿਹਾ ਜੀ ਸਰ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈਗਾ ਆ ਕਿ ਮੇਰੀ ਸਿਸਟਰ ਇਨ ਲਾ ਆਈ ਹੋ ਹੈਗੀ ਕੈਨੇਡਾ, ਉਹਨਾਂ ਨੂੰ ਸਾਲ ਹੋ ਚੱਲਿਆ। ਪਹਿਲਾਂ 6 ਮਹੀਨੇ ਬਾਅਦ ਚ ਉਹਨਾਂ ਨੇ ਵਧਾ ਲਈ ਸੀਗੀ ਹੈਗੀ, ਤੇ ਹੁਣ ਉਹਨਾਂ ਨੇ ਵਾਪਸ ਜਾਣਾ ਤੇ ਕਰੋਨਾ ਟੈਸਟ ਲਾਜ਼ਮੀ ਆ। 3 ਦਿਨ ਪਹਿਲਾਂ ਕਰੋਨਾ ਟੈਸਟ ਕਰਾ ਕੇ ਤੇ ਰਿਪੋਰਟ ਤਾਂ ਹੁੰਦੀ ਆ 4-5 ਦਿਨ ਬਾਅਦ ਚ, ਤੇ ਉਹ ਫਿਰ ਕੀ ਕਾਰਨ, ਇਹਦਾ ਕੀ ਉਪਾਅ ਆ? ਜੀ ਹਰਕਿਰਨ ਜੀ, ਕਰੋਨਾ ਟੈਸਟ ਰਿਪੋਰਟ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਨੇ ਸਵਾਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਆਪਾਂ ਇਹਨਾਂ ਨੂੰ ਆਨਸਰ ਦੇ ਦਿੰਦੇ ਹਾਂ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਤੁਹਾਡਾ। ਠੀਕ ਹੈ ਜੀ। ਜੀ ਸਰ। ਹਾਂਜੀ, ਜਿਹੜਾ ਕਰੋਨਾ ਰਿਪੋਰਟ ਹੈਗੀ ਆ ਜੀ, ਇਹ ਤੁਸੀਂ ਇਹ ਹੈਗੀ ਆ ਜਿਹੜੀ ਇਹਨਾਂ ਦੀ ਦਿੱਲੀ ਦੀ ਵੈਬਸਾਈਟ ਹੈਗੀ ਆ ਇਹ 에ਅਰਪੋਰਟ ਦੀ, ਉਹਦੇ ਉੱਤੇ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈਗੀ ਜੀ। ਉਹ 96 ਆਵਰਸ ਵਾਸਤੇ ਠੀਕ ਹੁੰਦੀ ਹੈਗੀ ਆ ਜੀ। ਤੇ ਇਹ ਤੁਸੀਂ ਆਪਦੀ ਜੇ ਐਗਜ਼ੈਂਪਸ਼ਨ ਲੈਣੀ ਆ ਤਾਂ ਤੁਸੀਂ ਉਹਦੇ ਉੱਤੇ ਅਪਲੋਡ ਕਰ ਸਕਦੇ ਹੋ ਆਪਦੀ ਕਰੋਨਾ ਰਿਪੋਰਟ, ਤੇ ਉੱਥੇ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਣੀ ਹੈਗੀ ਹੈ। ਜੀ ਬਿਲਕੁਲ। ਤੇ ਸਰ ਅਸੀਂ ਇਸ ਤੋਂ ਬਾਅਦ ਨੈਕਸਟ ਹੁਣ ਅਲਬਰਟਾ ਨੋਮਿਨੀ ਪ੍ਰੋਗਰਾਮ ਦੀ ਵੀ ਗੱਲ ਜ਼ਰੂਰ ਕਰ ਲਈਏ, ਕਿਉਂਕਿ ਇਹਦੇ ਵਿੱਚ ਵੀ ਸ਼ਾਇਦ ਕੁਝ ਚੇਂਜਸ ਆਈਆਂ ਨੇ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਹਾਂਜੀ, ਕਿਉਂਕਿ ਇਹਦੇ ਵਿੱਚ ਨਾ ਅਕਤੂਬਰ ਦੇ ਫਸਟ ਵੀਕ ਦੇ ਵਿੱਚ ਚੇਂਜਸ ਆਈਆਂ ਨੇ, ਕਿਉਂਕਿ ਇਹਦੇ 'ਚ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਰੀਸੈਂਟ ਚੇਂਜਸ ਹੋਈਆਂ ਨੇ ਅਕਤੂਬਰ ਦੇ ਵਿੱਚ। ਤਾਂ ਅਲਬਰਟਾ ਨੋਮਿਨੀ ਪ੍ਰੋਗਰਾਮ ਦੀਆਂ ਕਾਫੀ ਸਟੂਡੈਂਟਸ ਦੀਆਂ ਕੁਆਰੀਜ਼ ਆਉਂਦੀਆਂ ਨੇ, ਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਚੇਂਜਸ, ਮੇਨ ਚੇਂਜਸ ਜਿਹੜੀਆਂ ਇਹਦੀਆਂ ਆਈ ਹੈਗੀ ਆ, ਕਿਉਂਕਿ ਅਲਬਰਟਾ ਨੋਮਿਨੀ ਪ੍ਰੋਗਰਾਮ ਨੇ ਇਹੀ ਇੱਕ ਪ੍ਰੋਵਿੰਸ ਹੈਗੀ ਆ ਜਿਹਨੇ ਐਲੋਕੇਸ਼ਨ, ਜਿਹੜੀ ਨੋਮੀਨੇਸ਼ਨ ਪ੍ਰੋਗਰਾਮ ਦੀ ਐਲੋਕੇਸ਼ਨ ਆ ਉਹ ਘੱਟ ਕਰ ਦਿੱਤੀ ਹੈਗੀ ਆ ਜੀ। ਕਿਉਂਕਿ ਅਲਬਰਟਾ ਦੇ ਵਿੱਚ 6,000 ਦੀ ਐਲੋਕੇਸ਼ਨ ਸੀ, ਤਾਂ ਇਹਨਾਂ ਨੇ ਸਿਰਫ 4,000 ਹੀ ਆ ਸਾਲ ਪ੍ਰੋਸੈਸ ਕਰਨੀ ਹੈਗੀ ਹੈ। ਤੇ ਦੂਸਰੀ ਇਹਦੇ ਵਿੱਚ ਇੱਕ ਜਿਹੜੀ ਦੂਸਰੀ ਚੇਂਜ ਕੀਤੀ ਅਲਬਰਟਾ ਨੋਮਿਨੀ ਪ੍ਰੋਗਰਾਮ ਦੇ ਵਿੱਚ ਇਹ ਕੀਤੀ ਗਈ ਹੈਗੀ ਆ ਵੀ ਇੱਥੇ ਅੱਗੇ ਪੇਪਰ ਐਪਲੀਕੇਸ਼ਨ ਲੱਗਦੀ ਸੀਗੀ, ਹੁਣ ਸਿਰਫ ਆਨਲਾਈਨ ਪੋਰਟਲ ਦੇ ਉੱਤੇ ਹੀ ਇੰਡੀਵਿਜੂਅਲ ਆਪਦੀ ਐਪਲੀਕੇਸ਼ਨ ਲਾ ਸਕਦੇ ਹੈਗੇ ਆ, ਪੇਪਰ ਐਪਲੀਕੇਸ਼ਨ ਨਹੀਂ। ਤੇ ਇੱਕ ਹੋਰ ਜਿਹੜੀ ਇਹਦੇ ਵਿੱਚ ਹੋਰ ਕੀਤਾ ਗਿਆ ਚੇਂਜ, ਉਹ ਇਹ ਕੀਤਾ ਗਿਆ ਇਹਦੇ ਵਿੱਚ ਇੱਕ $500 ਦੀ ਫੀਸ ਟੈਗ ਕੀਤੀ ਗਈ ਹੈਗੀ ਆ। ਪਹਿਲਾਂ ਜਦੋਂ ਤੁਸੀਂ ਨੋਮੀਨੇਸ਼ਨ ਵਾਸਤੇ ਅਪਲਾਈ ਕਰਨਾ ਸੀ ਉਹਦੇ ਵਾਸਤੇ ਕੋਈ ਫੀਸ ਨਹੀਂ ਹੁੰਦੀ ਸੀਗੀ, ਹੁਣ ਤੁਹਾਨੂੰ $500 ਦੀ ਫੀਸ ਵੀ ਦੇਣੀ ਪੈਣੀ ਹੈਗੀ ਆ। ਤੇ ਇਸ ਤੋਂ ਬਿਨਾਂ ਜਿਹੜਾ ਇੱਕ ਹੋਰ ਕੀਤਾ ਹੈਗਾ, ਕਿਉਂਕਿ ਹੁਣ ਅੱਗੇ ਅਲਬਰਟਾ ਨੋਮੀਨੇਸ਼ਨ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਐਪਲੀਕੇਸ਼ਨ ਲੱਗਦੀਆਂ ਸੀਗੀਆਂ, ਉਹ ਤੁਹਾਨੂੰ ਜਦੋਂ ਪਤਾ ਲੱਗ ਜਾਂਦਾ ਵੀ ਜਦੋਂ ਤੁਸੀਂ ਐਪਲੀਕੇਸ਼ਨ ਲਾਈ ਹੋਈ ਹੈਗੀ ਆ ਤਾਂ ਉਹਦੇ ਅਕੋਰਡਿੰਗ ਵੀ ਤੁਹਾਨੂੰ ਪਤਾ ਲੱਗਦਾ ਕਿਹੜੇ ਡੇਟ ਦੀ ਜਾਂ ਕਿਹੜੇ ਡੇ ਦੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ। ਪਰ ਹੁਣ AINP ਅਲਬਰਟਾ ਨੋਮਿਨੀ ਪ੍ਰੋਗਰਾਮ ਵਾਲਿਆਂ ਨੇ ਇੱਕ ਡਿਸਕ੍ਰੈਸ਼ਨ ਕੀਤੀ ਹੈਗੀ ਆ, ਜਿਹਦੇ ਵਿੱਚ ਇਹਨਾਂ ਨੂੰ ਜ਼ਰੂਰੀ ਨਹੀਂ ਹੋਣਾ ਹੈਗਾ ਵੀ ਉਹ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਕਰਨ। ਇਹ ਪ੍ਰੋਵਿੰਸ ਦੀ ਰਿਕੁਆਇਰਮੈਂਟ ਦੇਖ ਕੇ, ਪ੍ਰੋਵਿੰਸ ਦੀ ਵਰਕ ਫੋਰਸ ਦੇਖ ਕੇ ਉਹਦੇ ਅਕੋਰਡਿੰਗ ਹੀ ਨੋਮੀਨੇਸ਼ਨ ਦੀ ਐਪਲੀਕੇਸ਼ਨ ਪ੍ਰੋਸੈਸ ਕੀਤੀ ਜਾਊਗੀ, ਜਿਹਦੇ ਵਿੱਚ ਦੇਖਿਆ ਜਾਊਗਾ ਵੀ ਕਿਹੜੇ ਵਰਕ ਫੋਰਸ ਵਾਸਤੇ ਜਾਂ ਫਿਊਚਰ 'ਚ ਕਿਹੜੀ ਰਿਕੁਆਇਰਮੈਂਟ ਹੈ, ਉਹਦੇ ਅਕੋਰਡਿੰਗ ਐਪਲੀਕੇਸ਼ਨ ਪ੍ਰੋਸੈਸ ਕੀਤੀ ਜਾਵੇ। ਤੇ ਇਸ ਗੱਲ ਦਾ ਫਰਕ ਇਹ ਪੈਣਾ ਹੈਗਾ ਵੀ ਜਿਹੜੀ ਐਪਲੀਕੇਸ਼ਨ ਬਾਅਦ ਦੇ ਵਿੱਚ ਵੀ ਲੱਗੀ ਆ ਪਰ ਉਹਦੀ ਕੈਟਾਗਰੀ ਰਿਕੁਆਇਰਡ ਹੈਗੀ ਆ ਇੱਥੇ ਵਰਕ ਫੋਰਸ ਦੇ ਵਿੱਚ, ਉਹਦਾ ਡਿਸੀਜਨ ਪਹਿਲਾਂ ਹੋ ਜਾਊਗਾ ਤੇ ਦੂਸਰੀ ਜਿਹੜੀ ਐਪਲੀਕੇਸ਼ਨ ਆ ਉਹਦੇ ਵਾਸਤੇ ਵੇਟ ਕਰਨੀ ਪੈ ਸਕਦੀ। ਜੀ ਸਰ, ਇਹਦੇ ਬਾਰੇ ਗੱਲ ਕਰਾਂਗੇ ਡਿਟੇਲ ਦੇ ਵਿੱਚ। ਇੱਕ ਦਰਸ਼ਕ ਕਰਨਾ ਹੋ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਬ੍ਰੈਂਪਟਨ ਤੋਂ ਬੋਲ ਰਿਹਾ। ਜੀ ਸਰ, ਦੱਸੋ ਕੀ ਸਵਾਲ ਹੈ? ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਮੇਰਾ ਨਾ ਨੈਫਿਊ ਹੈ ਇੱਕ, ਉਹ ਆਪਣਾ BC ਦੇ ਵਿੱਚ ਕਿਸੇ ਰੈਸਟੋਰੈਂਟ ਤੇ ਐਜ਼ ਅ ਅਸਿਸਟੈਂਟ ਮੈਨੇਜਰ ਕੰਮ ਕਰ ਰਿਹਾ,
ਤੇ ਉਹਨਾਂ ਦਾ ਰੀਸੈਂਟ ਡਰਾ ਦੇ ਵਿੱਚ ਇਨਵੀਟੇਸ਼ਨ ਨਹੀਂ ਆਈ ਹੈਗੀ ਉਹਨਾਂ ਨੂੰ। ਤੇ ਉਹਦੇ ਕੀ ਲਾਈਕ ਵਾਟ ਆਰ ਅਦਰ ਆਪਸ਼ਨਸ ਫॉर ਹਿਮ, ਉਹਦੇ ਵਾਸਤੇ ਹੋਰ ਕੀ ਆਪਸ਼ਨਸ ਹੈਗੀਆਂ ਨੇ? ਜੀ ਹਰਕਿਰਨ ਜੀ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਇਹਨਾਂ ਦੀ ਉਹਦੀ ਕ੍ਰੈਡੈਂਸ਼ੀਅਲਸ ਕੀ ਆ, ਐਜੂਕੇਸ਼ਨ ਕੀ ਆ, ਤੇ ਉਹਨਾਂ ਦੀ ਐਜੂਕੇਸ਼ਨ ਕੀ ਹੈ ਜੀ? ਐਜੂਕੇਸ਼ਨ ਉਹਨੇ ਬੈਚਲਰਸ ਕੀਤੀ ਹੈ ਜੀ। ਬੈਚਲਰਸ ਆਫਟਰ ਗ੍ਰੇਡ 12 ਕੀਤੀ ਹੈ ਜੀ। ਗ੍ਰੇਡ 12 ਤੋਂ ਬਾਅਦ ਕੀਤੀ ਹੈ ਜੀ ਇਹਨਾਂ ਨੇ? ਹਾਂਜੀ ਹਾਂਜੀ, 12 ਤੋਂ ਬਾਅਦ ਜੀ ਠੀਕ ਹੈ ਜੀ, ਆਪਾਂ ਆਨਸਰ ਦੇ ਤੁਸੀਂ ਦਿੰਦੇ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਜਿਵੇਂ ਆਪਾਂ ਪਹਿਲਾਂ ਦੱਸਿਆ BCPNP ਪ੍ਰੋਗਰਾਮ ਦੇ ਵਿੱਚ, BCPNP ਦੇ ਵਿੱਚ ਸੀਗਾ BC ਦਾ ਪੁਆਇੰਟ ਸਿਸਟਮ ਹੈ, ਸਿਸਟਮ ਦੇ ਬੇਸਿਸ ਤੇ ਉੱਥੇ ਤੁਹਾਨੂੰ ਇਨਵੀਟੇਸ਼ਨ PNP ਤੋਂ ਨੋਮੀਨੇਸ਼ਨ ਮਿਲ ਜਾਂਦੀ ਹੈ ਪਰਮਾਨੈਂਟ ਇਮੀਗ੍ਰੇਸ਼ਨ ਵਾਸਤੇ। ਜਿਵੇਂ ਇਹਨਾਂ ਨੇ ਦੱਸਿਆ ਹੈਗਾ, ਉੱਥੇ ਅਸਿਸਟੈਂਟ ਮੈਨੇਜਰ ਤੋਂ ਜੌਬ ਕਰ ਰਹੇ ਹੈਗੇ। ਅਸਿਸਟੈਂਟ ਮੈਨੇਜਰ ਦੇ ਜਦੋਂ ਤੁਸੀਂ 1 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਹੈਗਾ ਹਸਪਿਟੈਲਿਟੀ ਦੇ, ਤਾਂ ਤੁਹਾਨੂੰ 25 ਐਕਸਟਰਾ ਪੁਆਇੰਟਸ ਮਿਲਦੇ ਹੈਗੇ। 10 ਪੁਆਇੰਟ ਐਕਸਟਰਾ ਕਰਕੇ 25 ਪੁਆਇੰਟਸ ਬਣ ਜਾਂਦੇ ਹੈਗੇ ਆ ਜੀ ਇਸ ਜੌਬ ਦੇ ਕਰਕੇ। ਪਰ ਹੁਣ ਇਹਦੇ ਵਿੱਚ ਪ੍ਰੋਬਲਮ ਆ ਰਹੀ ਆ, ਹੁਣ ਸਟੂਡੈਂਟਸ ਨੂੰ BC ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ, ਜਿਨ੍ਹਾਂ ਨੇ ਖਾਸ ਕਰਕੇ ਗ੍ਰੇਡ 12 ਕੀਤੀ ਹੈਗੀ ਆ ਵੀ ਉਹਨਾਂ ਨੂੰ ਜਿਹੜੀ ਇਹਨਾਂ ਨੇ BC ਨੇ ਆਪਦੀ ਜਿਹੜੀਆਂ ਇਹ ਹਸਪਿਟੈਲਿਟੀ ਨਾਲ ਰਿਲੇਟਡ ਕੈਟਾਗਰੀਜ਼ ਹੈਗੀਆਂ ਨੇ, ਸੁਪਰਵਾਈਜ਼ਰ ਹੋ ਗਏ, ਅਸਿਸਟੈਂਟ ਮੈਨੇਜਰ ਹੋ ਗਏ ਜਾਂ ਹੋਰ ਮੈਨੇਜਰ, ਇਹ ਐਕਸਕਲੂਡ ਕਰ ਦਿੱਤੀਆਂ ਗਈਆਂ ਹੈਗੀਆਂ। ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ, ਉਹਨਾਂ ਨੂੰ ਦਸੰਬਰ ਸਾਲ ਤੱਕ ਕੋਈ ਇਨਵੀਟੇਸ਼ਨ ਨਹੀਂ ਮਿਲਣੀ ਹੈਗੀ ਜੀ। ਤੇ ਇਸ ਤੋਂ ਬਿਨਾਂ ਹੋਰ ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ, ਸਕੋਰ ਡਾਊਨ ਗਏ ਹੋਏ ਆ ਪਰ ਉਹ ਨਹੀਂ ਹੋਣਗੇ। ਉਹਨਾਂ ਵਾਸਤੇ ਇੱਕ ਤਾਂ ਉਹਨਾਂ ਨੂੰ ਚਾਹੀਦਾ ਹੈਗਾ ਵੀ ਉਹ ਆਪਦਾ ਆਈਲੈਟਸ ਸਕੋਰ ਜਿਹੜਾ ਹੈਗਾ ਇਨਕਰੀਜ਼ ਕਰਕੇ ਐਕਸਪ੍ਰੈਸ ਐਂਟਰੀ ਵਾਸਤੇ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਸਤੇ ਟਰਾਈ ਕਰਨ, ਤੇ ਇੱਕ ਆਪਦਾ ਜਿਹੜਾ ਹੈਗਾ ਐਕਸਪੀਰੀਅੰਸ ਹੋਰ ਉਹਨਾਂ ਦਾ ਜੇ ਹੋ ਸਕਦਾ ਸਮਾਂ ਉਹ ਕਰਨ। ਤੇ ਦੂਸਰਾ ਉਹਨਾਂ ਨੂੰ ਜੇ ਕਰਦੇ ਆਹ ਸਾਲ ਵਾਸਤੇ ਡਰਾ ਬੰਦ ਹੋਇਆ ਕਿਉਂਕਿ BC ਨੇ ਜਿਹੜੀਆਂ ਇਹ ਹਸਪਿਟੈਲਿਟੀ ਦੇ ਕੈਟਾਗਰੀ ਹੈ ਪਿਛਲੇ ਕਾਫੀ ਦੇਰ ਤੋਂ ਇਹਦੇ ਡਰਾ ਨਹੀਂ ਕੱਢੇ, ਤਾਂ ਮੇ ਵੀ ਨੈਕਸਟ ਈਅਰ ਦੇ ਫਸਟ ਕੁਆਰਟਰ ਦੇ ਵਿੱਚ ਉਹਨਾਂ ਨੂੰ ਡਰਾ BCPNP ਪ੍ਰੋਗਰਾਮ ਦੇ ਵਿੱਚ ਡਰਾ ਇਹਦੇ ਨਿਕਲਣਗੇ ਤੇ ਚਾਂਸਸ ਆ ਉਦੋਂ ਉਹਨਾਂ ਨੂੰ ਇਨਵੀਟੇਸ਼ਨ ਆ ਸਕਦਾ ਹੈਗਾ। BC ਦੇ ਵਿੱਚ ਸਰ ਇਸ ਵਕਤ ਕਾਫੀ ਸਟੂਡੈਂਟਸ ਦਾ ਜਿਹੜਾ ਸਕੋਪ ਹੈ, ਕਾਫੀ ਸਟੂਡੈਂਟਸ ਜਿਹੜੇ ਬਾਕੀ ਪ੍ਰੋਵਿੰਸਸ ਤੋਂ BC ਵੱਲ ਗਏ ਸੀ ਇਹ ਸੋਚ ਕੇ ਕਿ ਉੱਥੇ ਆਪਸ਼ਨਸ ਉਹਨਾਂ ਨੂੰ ਵਾਵਾ ਮਿਲ ਜਾਣਗੇ, ਬਟ ਹੁਣ ਦੇਖਣ ਨੂੰ ਮਿਲ ਰਿਹਾ ਕਿ ਜਿਵੇਂ BC ਨੇ ਵੀ ਕੁਝ ਆਪਸ਼ਨਸ ਜਿਹੜੇ ਨੇ ਕੁਝ ਸਮੇਂ ਲਈ ਬੰਦ ਕੀਤੇ ਹੋਏ ਨੇ, ਅਜਿਹੇ ਵਿੱਚ ਉਹ ਵਿਦਿਆਰਥੀ ਹੁਣ ਹਾਂਜੀ, ਇਹ BC ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈਗੀ ਜੀ BC ਦੇ, ਕਿਉਂਕਿ ਉਹ BC ਦੇ ਹਸਪੀਟਲ ਕਿਉਂਕਿ ਜ਼ਿਆਦਾ ਸਟੂਡੈਂਟ ਜਿਹੜੇ ਜਾਂਦੇ ਸੀਗੇ ਹਸਪਿਟੈਲਿਟੀ ਵਗੈਰਾ ਦੇ ਵਿੱਚ ਹੀ ਜੌਬ ਕਰਦੇ। ਹਾਂਜੀ, ਉਹਦੇ ਕਰਕੇ ਸਟੂਡੈਂਟਸ ਵਿਚਾਰਿਆਂ ਨੇ ਕਈਆਂ ਨੇ ਕਈ ਸਾਲ ਉੱਥੇ ਕੰਮ ਕਰ ਲਿਆ ਹੈਗਾ, ਤਾਂ ਪਰ ਹੁਣ ਵੀ ਉਹਨਾਂ ਦਾ ਡਰਾ ਦੇ ਵਿੱਚ ਨਹੀਂ ਆ ਰਿਹਾ ਤੇ ਉਹਨਾਂ ਨੇ ਆਪਦਾ ਜਿਹੜਾ ਵਰਕ ਪਰਮਿਟ ਹੈਗਾ ਉੱਥੇ ਕੰਮ ਕਰਕੇ ਮਤਲਬ ਉਹਨਾਂ ਦਾ ਐਗਜ਼ੌਸਟ ਹੋ ਗਿਆ ਹੈਗਾ 1 ਜਾਂ 2 ਸਾਲ ਦਾ ਹੈਗਾ। ਤੇ ਉਹਨਾਂ ਦੇ ਵਾਸਤੇ ਇਹੀ ਹੈਗਾ ਜੀ, ਇੱਕ ਤਾਂ ਉਹ ਜੇ ਜਾਂ ਉਹਨਾਂ ਕੋਲ ਹੈਗਾ ਵੀ ਆਪਦੇ ਆਈਲੈਟਸ ਦੇ ਸਕੋਰ ਆਪਦੇ ਕਰਕੇ ਉਹਦੇ ਬੇਸਿਸ ਤੇ ਕਰ ਲੈਣ, ਜਾਂ ਫਿਰ ਜੇ ਉਹਨਾਂ ਦੇ EMPLOYER ਨੂੰ ਰਿਕੁਆਇਰਮੈਂਟ ਹੈਗੀ ਤਾਂ ਉਹਨਾਂ ਨਾਲ ਉਹਨਾਂ ਦੇ ਬੇਸਿਸ ਤੇ ਪਰਮਾਨੈਂਟ ਸਪੋਰਟ LMI ਅਪਲਾਈ। ਜੀ ਬਿਲਕੁਲ। ਤੇ ਅਸੀਂ ਗੱਲ ਕਰ ਸੀ ਅਲਬਰਟਾ ਨੋਮੀਨੀ ਪ੍ਰੋਗਰਾਮ ਦੀ, ਤੁਸੀਂ ਦੱਸਿਆ ਕਿ ਜਿਹੜੇ ਚੇਂਜਸ ਆਏ ਨੇ ਉਹਨਾਂ ਦਾ ਕੀ ਇੰਪੈਕਟ ਪਏਗਾ ਬਾਕੀ ਅਦਰ ਕੇਸਿਸ ਦੇ ਉੱਤੇ? ਹਾਂਜੀ, ਇਹਦੇ ਵਿੱਚ ਇਹ ਹੋਣਾ ਜੀ ਹਸਪਿਟੈਲਿਟੀ ਇੰਡਸਟਰੀ ਤੇ ਜਿਹੜੀ ਜੌਬਸ ਕਰਦੇ ਆ ਸਟੂਡੈਂਟਸ, ਕਿਉਂਕਿ ਅੱਗੇ ਇਹਨਾਂ ਕੋਲ ਇਦਾਂ ਹੁੰਦਾ ਸੀ ਅਲਬਰਟਾ ਦੇ ਵਿੱਚ ਜੇ ਕਿਸੇ ਨੇ ਅਪਲਾਈ ਕਰ ਦਿੱਤਾ ਉਹਨਾਂ ਨੂੰ ਨੋਮੀਨੇਸ਼ਨ ਦੇਣੀ ਪੈਂਦੀ ਸੀਗੀ ਉਸ ਦੇ ਵਿੱਚ। ਹੁਣ ਇਹਨਾਂ ਨੇ ਜਿਹੜੀ ਡਿਸਕ੍ਰੈਸ਼ਨ ਕੀਤੀ ਹੈ, ਡਿਸਕ੍ਰੈਸ਼ਨ ਦੇ ਵਿੱਚ ਇਹਨਾਂ ਨੇ ਆਪਦੇ ਕੋਲ ਕੰਟਰੋਲ ਲੈ ਲਿਆ ਹੈਗਾ ਵੀ ਇਹ ਵੀ ਕਿਹੜੀ ਇੰਡਸਟਰੀ ਦੇ ਵਿੱਚ ਅਸੀਂ ਨੋਮੀਨੇਸ਼ਨ ਅਲਬਰਟਾ ਨੇ ਦੇਣੀ ਹੈਗੀ ਆ ਜੀ। ਉਹਦੇ ਕਰਕੇ ਹੁਣ ਇਹਨਾਂ ਦੀਆਂ ਜਿਹੜੀਆਂ ਡਿਵਰਸੀਫਾਈਡ ਕੀਤਿਆ ਹੈਗਾ ਇਹਨਾਂ ਨੇ ਆਪਦੇ ਨੋਮੀਨੇਸ਼ਨ ਪ੍ਰੋਸੈਸ ਨੂੰ, ਜਿਹਦੇ ਵਿੱਚ ਇਕੱਲਾ ਹਸਪਿਟੈਲਿਟੀ ਤੇ ਫੋਕਸ ਕਰਨ ਨਾਲੋਂ IT ਦੇ ਵਿੱਚ, ਐਗਰੀਕਲਚਰ ਦੇ ਵਿੱਚ ਜਾਂ ਹੋਰ ਟ੍ਰੇਡ ਦੇ ਵਿੱਚ ਤੇ ਟਰੱਕਿੰਗ ਦੇ ਵਿੱਚ ਨੋਮੀਨੇਸ਼ਨ ਦਿੱਤੀਆਂ ਜਾਣਗੀਆਂ ਆਉਣ ਦੇ ਫਿਊਚਰ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਪਹਿਲਾਂ ਅਸੀਂ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਮੌਂਟਰੀਅਲ ਤੋਂ ਬੋਲਦੇ ਹਾਂ ਕਿ ਮੈਂ ਪਤਾ ਕਰਨਾ ਸੀ, ਮੇਰੀ ਸਿਸਟਰ ਜਿਹਦਾ ਮੌਂਟਰੀਅਲ ਜਦੋਂ ਉਹਨੇ 3 ਸਾਲ ਦਾ ਇੱਥੇ ਉਹਨੇ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਤੇ ਉਹਨੇ 1 ਸਾਲ ਦਾ ਕੰਮ ਵੀ ਕਰ ਲਿਆ ਹੈਗਾ, ਜਿਹਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਰਿਲੇਟਿਡ ਅਕਾਊਂਟਿੰਗ ਦੇ ਨਾਲ। ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਕਿੱਥੇ PR ਲਾਵੇ ਕਿ ਜਾਂ ਵਿਦਿਅਕ ਚ ਠੀਕ ਆ, ਜਿੱਥੋਂ PR ਕਿੱਥੋਂ ਜਲਦੀ ਮਿਲ ਸਕਦੀ ਹੈਗੀ, ਜਦੋਂ ਦਾ ਫ੍ਰੈਂਚ ਦੇ ਵੀ ਉਹਨੇ 6 ਲੈਵਲ ਕੀਤੇ ਇੱਥੇ। ਓਕੇ ਹਰਕਿਰਨ ਜੀ, ਤੁਸੀਂ ਇਹਨਾਂ ਨੂੰ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ, ਆਪਾਂ ਇਹਨਾਂ ਨੂੰ ਆਨਸਰ ਦੇ ਦਿੰਦੇ ਹਾਂ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ।
ਹਾਂਜੀ ਇਹਨਾਂ ਨੂੰ ਇਹ ਸਾਡੀ ਈਮੇਲ ਦੇ ਉੱਤੇ ਆਪਦੇ ਸਿਸਟਰ ਦੀ ਇਨਫੋਰਮੇਸ਼ਨ ਸੈਂਡ ਕਰ ਦੇਣ। ਇੱਕ ਤਾਂ ਕਿਊਬੈਕ ਦੇ ਵਿੱਚ ਜਿਵੇਂ ਦੱਸ ਰਹੇ ਹੈਗੇ ਆ ਤਾਂ ਡੈਫੀਨਿਟਲੀ ਉਹਨਾਂ ਨੂੰ ਬੈਨੀਫਿਟ ਹੋਣਾ ਹੈਗਾ ਫ੍ਰੈਂਚ ਦਾ। ਤੇ ਇਸ ਤੋਂ ਬਿਨਾਂ ਜਿਵੇਂ ਇਹਨਾਂ ਨੇ ਦੱਸਿਆ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਇਹਨਾਂ ਨੂੰ ਐਕਸਟਰਾ ਪੁਆਇੰਟਸ ਮਿਲਣਗੇ ਇਹਨਾਂ ਨੂੰ ਪ੍ਰੋਫੀਸ਼ੀਐਂਸੀ ਜਿਹੜੀ ਹੈ ਸੈਕੰਡ ਲੈਂਗੁਏਜ ਦੀ ਕਰਕੇ, ਠੀਕ ਆ ਜੀ। ਤੇ ਉਹਦੇ ਕਰਕੇ ਕਿਉਂਕਿ ਇਹ ਦੇਖਣਾ ਪੈਣਾ ਹੈਗਾ ਕਿਉਂਕਿ ਇਦਾਂ ਹੋ ਜਾਂਦਾ ਕਈ ਵਾਰ ਕੁਆਲੀਫਾਈ ਕਈ ਪ੍ਰੋਵਿੰਸਸ ਕਰ ਸਕਦੇ ਆ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕਰ ਸਕਦੇ ਆ, ਪਰ ਟਾਈਮ ਦਾ ਹੈਗਾ ਵੀ ਟਾਈਮ ਕਿਹਦੇ ਵਿੱਚ ਘੱਟ ਲੱਗੂਗਾ ਉਹ ਅਸੀਂ ਇਹਨਾਂ ਦੀ ਪ੍ਰੋਫਾਈਲ ਦੇਖ ਕੇ ਸਾਰੀ ਇਹਨਾਂ ਨੂੰ ਅਸੈਸਮੈਂਟ ਕਰਕੇ ਦੱਸ ਸਕਦੇ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਜਾਣ ਤੋਂ ਪਹਿਲਾਂ ਤੁਸੀਂ ਬਰੀਫ ਦੇ ਵਿੱਚ ਬਿਲਕੁਲ ਡਿਟੇਲ ਦੇ ਵਿੱਚ ਛੋਟੇ ਦੇ ਵਿੱਚ ਦੱਸਣਾ ਚਾਹਾਂਗੇ ਜਿਹੜਾ ਇਸ ਵਕਤ ਐਲਬਰਟਾ ਨੋਮੀਨੀ ਪ੍ਰੋਗਰਾਮ ਦੇ ਲਈ ਜਿਹੜੇ ਹੁਣ ਇਸ ਵਕਤ ਦਰਸ਼ਕ ਵੇਖ ਰਹੇ ਨੇ ਤੇ ਆਪਣਾ ਮਨ ਬਣਾ ਰਹੇ ਨੇ ਇਸ ਪ੍ਰੋਗਰਾਮ ਦੇ ਅੰਦਰ ਆਪਣੇ ਆਪ ਨੂੰ ਕੁਆਲੀਫਾਈ। ਹਾਂਜੀ, ਅਲਬਰਟਾ ਐਕਸਪ੍ਰੈਸ ਐਂਟਰੀ ਦੇ ਵਿੱਚ AINP ਦੇ ਪ੍ਰੋਵਿੰਸ਼ਨਲ ਨੋਮਨੀ ਪ੍ਰੋਗਰਾਮ ਚੇਂਜ ਹੋਇਆ ਹੈਗਾ, ਪਰ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਜਾਣਾ ਚਾਹੁੰਦੇ ਹੋ ਜਿਹੜਾ ਕਿ ਇਹਨਾਂ ਦਾ ਹੈਗਾ ਅਲਬਰਟਾ ਦਾ ਐਕਸਪ੍ਰੈਸ ਐਂਟਰੀ, ਉਹਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ ਫੈਡਰਲ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਦੀ ਪ੍ਰੋਫਾਈਲ ਬਣਾਉਣੀ ਪੈਣੀ ਆ। ਉਹਦੇ ਵਿੱਚੋਂ ਪ੍ਰੋਫੈਸ਼ਨਲੀ ਅਲਬਰਟਾ ਉਹਦੇ ਵਿੱਚੋਂ ਤੁਹਾਨੂੰ ਚੂਜ਼ ਕਰ ਸਕਦਾ ਹੈਗਾ। ਇਹਦੇ ਵਿੱਚ ਇੱਕ ਹੋਰ ਮੈਂ ਜਿਹੜੀ ਚੀਜ਼ ਐਡ ਕਰਨਾ ਚਾਹੁੰਦਾ ਹੈਗਾ, ਜੇਕਰ ਤੁਸੀਂ ਅਲਬਰਟਾ ਐਕਸਪ੍ਰੈਸ ਐਂਟਰੀ ਦੀ ਜਿਹੜੀ ਹੈਗੀ ਆ ਕੁਆਲੀਫਾਈ ਕਰਦੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਸਕੋਰ ਕਾਫੀ ਘੱਟ ਚਾਹੀਦੇ ਆ, ਕਿਉਂਕਿ ਲਾਸਟ ਦੇ ਵਿੱਚ ਜਿਹੜਾ ਹੈਗਾ ਜੇ ਕਿਸੇ ਦੇ 350 ਸਕੋਰ ਸੀ ਉਹਨੂੰ ਵੀ ਅਲਬਰਟਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਅੰਡਰ ਨੋਮੀਨੇਸ਼ਨ ਮਿਲੇ ਹੈਗੇ। ਜੀ ਬਿਲਕੁਲ। ਤੇ ਹੁਣ ਸਮਾਂ ਸਰ ਇਜਾਜ਼ਤ ਲੈਣ ਦਾ ਹੋ ਰਿਹਾ। ਸਾਡੇ ਦਰਸ਼ਕ ਇਸ ਵਕਤ ਜਿਹੜੇ ਤੁਹਾਨੂੰ ਦੇਖ ਰਹੇ ਨੇ ਅਜੇ ਵੀ ਕਾਫੀ ਕਾਲਸ ਆ ਰਹੀਆਂ ਨੇ ਜਿਹੜੀਆਂ ਅਸੀਂ ਇਸ ਵਕਤ ਨਹੀਂ ਲੈ ਪਾ ਰਹੇ ਕਿਉਂਕਿ ਪ੍ਰੋਗਰਾਮ ਦਾ ਅਖੀਰ ਹੋ ਚੁੱਕਿਆ। ਸੋ ਸਰ ਜਿਹੜੇ ਪ੍ਰੋਗਰਾਮ ਤੋਂ ਬਾਅਦ ਹੁਣ ਤੁਹਾਨੂੰ ਕਾਲ ਕਰਨਾ ਚਾਹੁੰਦੇ ਨੇ ਕਿੱਥੇ ਕਾਲ ਕਰ ਸਕਦੇ ਨੇ, ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ? ਹਾਂਜੀ, ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਸਾਨੂੰ ਕਰਨਾ ਸਾਡੇ ਥੱਲੇ ਨੰਬਰ ਦਿੱਤੇ ਆ ਰਹੇ ਆ, ਤੁਸੀਂ ਕਿਸੇ ਵੀ ਸਾਡੇ ਬ੍ਰੈਂਪਟਨ, ਐਡਮਿੰਟਨ, ਸਰੀ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਈਵਨ ਸਾਡੀ ਵੈਬਸਾਈਟ ਤੇ ਸਾਡਾ ਯੂਰਪ ਤੇ ਇੰਡੀਆ ਦਾ ਫੋਨ ਨੰਬਰ ਵੀ ਹੈਗਾ, ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਪਾ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਟੀਵੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਨਵੀਆਂ ਅਪਡੇਸ਼ਨਸ ਆਈਆਂ ਨੇ ਉਹਦੇ ਬਾਰੇ ਜਾਣਕਾਰੀ। ਥੈਂਕ ਯੂ ਜੀ ਤੁਹਾਡੀ ਸਾਰੀ ਟੀਮ ਦਾ, ਤਰਨਜੀਤ ਤੇ ਤੁਹਾਡਾ ਥੈਂਕਸ ਫॉर ਹੈਵਿੰਗ ਮੀ। ਥੈਂਕ ਯੂ ਜੀ ਬਿਲਕੁਲ। ਤੇ ਆਪਣੇ ਦਰਸ਼ਕਾਂ ਨੂੰ ਵੀ ਕਵਾਂਗੇ ਅਸੀਂ ਮੁਆਫੀ ਚਾਹੁੰਦੇ ਹਾਂ ਜੀ ਜਿਨ੍ਹਾਂ ਦੀਆਂ ਇਸ ਵਕਤ ਅਸੀਂ ਕਾਲਸ ਨਹੀਂ ਲੈ ਪਾਏ ਸੀ। ਪ੍ਰੋਗਰਾਮ ਦਾ ਅਖੀਰ ਲਗਭਗ ਹੋਣ ਵਾਲਾ ਸੀ। ਸੋ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮਿਸਟਰ ਗਰੇਵਾਲ ਨੂੰ ਉਹਨਾਂ ਦੇ ਫੋਨ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਅਲੱਗ-ਅਲੱਗ ਆਫਿਸਿਸ ਦੇ ਫੋਨ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਏ ਨੇ ਉਹਨਾਂ ਦੇ ਨਾਮ ਦੇ ਨਾਲ। ਸੋ ਫਿਲਹਾਲ ਤੁਹਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।